ਕੀ ਤੁਸੀਂ ਕਦੇ ਸੋਚਿਆ ਹੈ ਕੀ ਹੁੰਦਾ ਹੈ ਉਸ ਪਲ ਤੁਹਾਡੇ ਮਰਨ ਤੋਂ ਬਾਅਦ? ਕੀ ਤੁਸੀਂ ਮੌਤ ਤੋਂ ਡਰਦੇ ਹੋ ਅਤੇ ਬਾਈਬਲ ਪਰਲੋਕ ਬਾਰੇ ਕੀ ਸਿਖਾਉਂਦੀ ਹੈ? ਤੁਸੀਂ ਹੈਰਾਨ ਹੋ ਸਕਦੇ ਹੋ, ਇਹ ਉਹ ਨਹੀਂ ਹੈ ਜੋ ਤੁਸੀਂ ਸੋਚਦੇ ਹੋ। ਮੇਰਾ ਨਾਮ ਕੈਮੀ ਉਟਮਨ ਹੈ। ਇਹਨਾਂ ਪ੍ਰਸ਼ਨਾਂ ਦੇ ਜਵਾਬਾਂ ਦੇ ਲਈ ਮੇਰੇ ਨਾਲ ਜੁੜੇ ਰਹੋ ਅਨਲੌਕਿੰਗ ਬਾਈਬਲ ਦੀ ਭਵਿੱਖਬਾਣੀਆਂ ਵਿੱਚ। ਅੰਤਰਰਾਸ਼ਟਰੀ ਪੱਧਰ ਤੇ ਮਹਾਮਾਰੀ ਦਾ ਫੈਲਣਾ, ਕੋਰੋਨਾ ਵਾਇਰਸ ਤੇ ਬ੍ਰੇਕਿੰਗ ਨਿਊਜ਼, ਗਲੋਬਲ ਰਾਜਨੀਤੀ ਦੇ ਹੇਰ-ਫੇਰ, ਕੁਪ੍ਰਬੰਧਨ ਤੇ ਭ੍ਰਿਸ਼ਟਾਚਾਰ, ਕੁਦਰਤੀ ਆਫਤਾਵਾਂ ਤੇਜ਼ੀ ਨਾਲ ਵਧਣਾ, ਆਸਟ੍ਰੇਲੀਆ ਵਿੱਚ ਜੰਗਲ ਦੀ ਅੱਗ, ਦੁਨੀਆ ਭਰ ਵਿੱਚ ਇਹਨਾਂ ਦੀ ਚੇਤਾਵਨੀ। ਇਹਦਾ ਕੀ ਮਤਲਬ ਹੈ? ਇਸ ਦਾ ਕੀ ਭਵਿੱਖ ਹੈ? ਬਾਈਬਲ ਦੀ ਭਵਿੱਖਬਾਣੀ ਨੂੰ ਪ੍ਰਕਾਸ਼ਿਤ ਕਰਨ ਦੇ ਇਸ ਸਫ਼ਰ ਵਿੱਚ ਜਿਸ ਦਾ ਨਾਮ ਅਨਲੌਕਿੰਗ ਬਾਈਬਲ ਪ੍ਰੋਫੈਸੀ ਹੈ, ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਜੁੜੇ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਆਪਣੇ ਸੰਸਾਰ ਭਰ ਦੀ ਯਾਤਰਾਵਾਂ ਦੇ ਦੌਰਾਨ ਜ਼ਿੰਦਗੀ ਦੇ ਸੱਚੇ ਸੰਘਰਸ਼ ਦਾ ਸਾਹਮਣਾ ਕੀਤਾ, ਪਰ ਇਹਨਾਂ ਦੇ ਵਿਚਕਾਰ ਉਮੀਦਾਂ ਤੇ ਚਮਤਕਾਰ ਨੂੰ ਖੋਜਿਆ। ਜੁੜੇ ਅੰਤਰਰਾਸ਼ਟਰੀ ਵਕਤਾ ਕੈਮੀ ਉਟਮਨ ਨਾਲ ਅਨਲੌਕਿੰਗ ਬਾਈਬਲ ਪ੍ਰੋਫੈਸੀਜ਼ ਤੇ ਜਿਸ ਵਿੱਚ ਉਹ ਦੱਸਦੇ ਹਨ ਕਿਸ ਤਰ੍ਹਾਂ ਬਾਈਬਲ ਦੀ ਭਵਿੱਖਬਾਣੀ ਬੀਤੇ ਸਮੇਂ ਤੋਂ ਛੇਤੀ ਪੂਰੀਆਂ ਹੋ ਰਹੀਆਂ ਹਨ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰ ਸਕਦੇ ਹੋ ਕਿ ਅੱਜ ਰਾਤ ਅਸੀਂ ਆਪਣਾ ਅੱਧਾ ਸਫ਼ਰ ਤੈਅ ਕਰ ਚੁੱਕੇ ਹਾਂ? ਅਨਲੌਕਿੰਗ ਬਾਈਬਲ ਪ੍ਰੋਫੈਸੀ ਦੀ ਇਹ ਨਿਰੰਤਰ ਲੜੀ ਤੁਹਾਨੂੰ ਬਾਈਬਲ ਭਵਿੱਖਬਾਣੀਆਂ ਨੂੰ ਬਿਹਤਰ ਸਮਝਣ ਵਿੱਚ ਸਹਾਇਤਾ ਕਰੇਗੀ ਤੇ ਇਹ ਸੰਸਾਰ ਕਿੱਥੇ ਜਾ ਰਿਹਾ ਹੈ ਉਸ ਵੱਲ ਵੀ। ਤੁਸੀਂ ਸਾਰੇ ਪਿਛਲੇ ਪ੍ਰੋਗਰਾਮਾਂ ਨੂੰ ਵੇਖਣ ਲਈ ਹੇਠ ਦਿੱਤਾ ਲਿੰਕ ਤੇ ਜਾ ਸਕਦੇ ਹੋ ਤੇ ਹੋਰ ਅਧਿਐਨ ਕਰਨ ਲਈ ਕੁਝ ਸ਼ਕਤੀਸ਼ਾਲੀ ਸਰੋਤ ਵੀ ਲੱਭ ਸਕਦੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਕੱਲ ਦੀ ਪੇਸ਼ਕਾਰੀ ਤੋਂ ਪ੍ਰੇਰਿਤ ਹੋਏ ਹੋਵੋਗੇ ਜਿਸ ਦਾ ਨਾਂ ਸੀ ਨਕਲੀ। ਅਸੀਂ ਵੇਖਿਆ ਸੀ ਕਿ ਇੱਥੇ ਬਾਈਬਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਰੱਬ ਦੀ ਆਰਾਧਨਾ ਕਰਨ ਦਾ ਦਿਨ ਬਦਲਿਆ ਗਿਆ 7ਵੇਂ ਦਿਨ ਸਬਤ ਤੋਂ ਪਹਿਲਾ ਦਿਨ ਐਤਵਾਰ ਤੱਕ। ਇਤਿਹਾਸ ਪੁਸ਼ਟੀ ਕਰਦਾ ਹੈ ਕਿ ਐਤਵਾਰ ਨੂੰ ਆਰਾਧਨਾ ਦਾ ਦਿਨ ਮਨੁੱਖ ਦੁਆਰਾ ਬਣਾਈ ਗਈ ਇੱਕ ਰਵਾਇਤ ਹੈ। ਕੌਂਸਟੈਂਟਾਈਨ ਇਕਜੁੱਟ ਪਗਾਨ ਸੂਰਜ ਦੀ ਪੂਜਾ ਅਤੇ ਈਸਾਈਅਤ ਨੂੰ ਐਤਵਾਰ ਦੀ ਆਰਾਧਨਾ ਹੇਠ ਲੈ ਆਇਆ। ਆਓ ਯਾਦ ਰੱਖੀਏ, ਬਾਈਬਲ ਦੇ ਹਰ ਇੱਕ ਸੱਚ ਦੇ ਲਈ ਸ਼ੈਤਾਨ ਕੋਲ ਇੱਕ ਝੂਠ ਹੁੰਦਾ ਹੈ। ਰੱਬ ਦਾ ਕਾਨੂੰਨ ਉਸਦੇ ਚਰਿੱਤਰ ਵਰਗਾ ਹੈ ਜੋ ਕਿ ਕਦੇ ਨਹੀਂ ਬਦਲਦਾ। ਅੱਜ ਰਾਤ ਅਸੀਂ ਭਵਿੱਖਬਾਣੀ ਪ੍ਰਗਟ ਹੋਣ ਤੋਂ ਖੋਜ ਕਰਾਂਗੇ ਕਿ ਲੋਕ ਮੌਤ ਬਾਰੇ ਕੀ ਵਿਸ਼ਵਾਸ ਕਰਦੇ ਹਨ। ਇਸ ਦਾ ਅਖੀਰ ਦੇ ਦਿਨਾਂ ਦੀ ਘਟਨਾਵਾਂ ਵਿੱਚ ਇੱਕ ਵੱਡਾ ਪ੍ਰਭਾਵ ਹੋਵੇਗਾ। ਕੀ ਸਾਨੂੰ ਉਮੀਦ ਮਿਲ ਸਕਦੀ ਹੈ ਕਿ ਜੋ ਕਬਰ ਤੋਂ ਪਰੇ ਹੈ? ਮੌਤ ਵੇਲੇ ਸੱਚਮੁੱਚ ਕੀ ਹੁੰਦਾ ਹੈ? ਮੌਤ ਦਾ ਸੱਚਮੁੱਚ ਕੀ ਹੁੰਦਾ ਹੈ ਦਾ ਪ੍ਰਸ਼ਨ, ਇਸ ਠੋਸ ਦਾ ਜਵਾਬ ਬਾਈਬਲ ਦੇ ਵਿੱਚ ਹੈ। ਯਾਦ ਰੱਖੋ, ਤੁਸੀਂ ਹੇਠ ਦਿੱਤਾ ਲਿੰਕ ਤੇ ਕਲਿੱਕ ਕਰ ਸਕਦੇ ਹੋ ਸਾਡੇ ਆਨਲਾਈਨ ਬਾਈਬਲ ਸਕੂਲ ਦੇ ਲਈ ਸਾਈਨ ਅਪ ਕਰਨ ਦੇ ਲਈ। ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ ਤੇ ਆਪਣੇ ਪ੍ਰਾਰਥਨਾ ਬੇਨਤੀ ਵੀ ਭੇਜ ਸਕਦੇ ਹੋ। ਨਾਲੇ ਤੁਸੀਂ ਇਸ ਗੱਲਬਾਤ ਵਾਲੇ ਬਾਕਸ ਦੇ ਵਿੱਚ, ਜਿਸ ਨੂੰ ਕਮੈਂਟ ਬਾਕਸ ਕਿਹਾ ਜਾਂਦਾ ਹੈ, ਉਸ ਵਿੱਚ ਤੁਸੀਂ ਟਿੱਪਣੀ ਛੱਡ ਕੇ ਸਾਨੂੰ ਸੂਚਿਤ ਕਰ ਸਕਦੇ ਹੋ। ਅਸਲ ਵਿੱਚ ਤੁਸੀਂ ਸਾਨੂੰ ਹੁਣੇ ਕਿਉਂ ਨਹੀਂ ਦੱਸਦੇ ਕਿ ਤੁਸੀਂ ਕਿਸ ਦੇਸ਼ ਤੋਂ ਸਾਨੂੰ ਵੇਖ ਰਹੇ ਹੋ। ਆਓ ਹੁਣ ਕਬਰ ਦਾ ਅਧਿਐਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰੀਏ। ਪਿਆਰੇ ਸਵਰਗੀ ਪਿਤਾ, ਬ੍ਰਹਮੰਡ ਦੇ ਰਾਜਾ, ਸਾਡੇ ਦਿਲਾਂ ਦੇ ਰਾਜਾ, ਹੇ ਪ੍ਰਭੂ, ਆਪਣੇ ਆਪ ਨੂੰ ਅਸੀਂ ਖਾਲੀ ਕਰਦੇ ਹਾਂ। ਮੈਨੂੰ ਆਪਣੀ ਪਵਿੱਤਰ ਆਤਮਾ ਨਾਲ ਭਰੋ ਅਤੇ ਕੇਵਲ ਆਪਣੇ ਸ਼ਬਦਾਂ ਨਾਲ ਮੇਰੇ ਬੁੱਲ੍ਹਾਂ ਦਾ ਤੁਸੀਂ ਮਸਾਹ ਕਰੋ। ਅਸੀਂ ਉਸ ਸੱਚ ਲਈ ਤੁਹਾਡੀ ਸ਼ਲਾਘਾ ਕਰਦੇ ਹਾਂ ਜੋ ਸਿਰਫ ਤੁਹਾਡੇ ਵਚਨ ਵਿੱਚ ਸਾਨੂੰ ਮਿਲਦਾ ਹੈ, ਕਿਉਂਕਿ ਅਸੀਂ ਤੁਹਾਡੇ ਤੇ ਭਰੋਸਾ ਰੱਖ ਸਕਦੇ ਹਾਂ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਪ੍ਰਭੂ ਜੀ, ਯੀਸ਼ੂ ਦੇ ਅਨਮੋਲ ਨਾਮ ਵਿੱਚ, ਆਮੀਨ। ਤੁਸੀਂ ਕਦੇ ਮਰਨ ਕੰਢੇ ਵਿਅਕਤੀ ਦੇ ਬਿਸਤਰ ਤੇ ਗਏ ਹੋ ਜਾਂ ਕਦੀ ਤੁਸੀਂ ਆਪਣੇ ਬੱਚੇ ਨੂੰ ਖੋਣ ਦਾ ਦੁੱਖ ਮਹਿਸੂਸ ਕੀਤਾ ਹੈ? ਜੇ ਮੌਤ ਦੇ ਕਾਲੇ ਪਰਦੇ ਨੇ ਤੁਹਾਨੂੰ ਜ਼ਿੰਦਗੀ ਦੇ ਪਿਆਰ ਤੋਂ ਅਲੱਗ ਕਰ ਦਿੱਤਾ ਹੈ ਤਾਂ ਸ਼ਾਇਦ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਇਸ ਜੀਵਨ ਦੇ ਵਿੱਚ ਕੀ ਹੈ। ਅਸੀਂ ਜਿਉਂਦੇ ਹਾਂ, ਅਸੀਂ ਮਰਦੇ ਹਾਂ ਤੇ ਫੇਰ ਕੀ? ਸਮੇਂ ਦੀ ਸ਼ੁਰੂਆਤ ਤੋਂ ਜੀਵਨ ਅਤੇ ਮੌਤ ਦੇ ਚੱਕਰ ਦੇ ਉੱਤੇ ਲੋਕਾਂ ਦੇ ਦਿਲ ਵਿੱਚ ਛੇਕ ਛੱਡੇ ਗਏ ਹਨ। ਅੱਜ ਰਾਤ ਅਸੀਂ ਦੇਖਾਂਗੇ ਕਿ ਬਾਈਬਲ ਸਾਨੂੰ ਇਸ ਦੇ ਉੱਤੇ ਕਿਹੜਾ ਪਰਦਾ ਉਠਾਉਂਦੀ ਹੈ ਤੇ ਮੌਤ ਦੇ ਭੇਦ ਨੂੰ ਕਿਵੇਂ ਹੱਲ ਕਰਦੀ ਹੈ। ਬਾਈਬਲ ਪ੍ਰਸਿੱਧ ਝੂਠ ਦਾ ਪਰਦਾਫਾਸ਼ ਕਰੇਗੀ ਕੀ ਹੁੰਦਾ ਹੈ ਜਦੋਂ ਤੁਸੀਂ ਮਰ ਜਾਂਦੇ ਹੋ। ਇਫਸੀਆਂ ਉਹਦੀ 5:11 ਵਿੱਚ ਕਿਹਾ ਹੈ ਕਿ ਕੋਈ ਸੰਗਤ ਨਾ ਕਰੋ ਹਨੇਰੇ ਦੇ ਫਲ ਰਹਿਤ ਕੰਮਾਂ ਨਾਲ, ਪਰ ਉਹਨਾਂ ਨੂੰ ਬੇਨਕਾਬ ਕਰੋ। ਯੀਸ਼ੂ ਨੇ ਯਕੀਨੀ ਬਣਾ ਦਿੰਦਾ ਹੈ ਕਿ ਬਾਈਬਲ ਵਿੱਚ ਸਾਨੂੰ ਠੋਸ ਸਬੂਤ ਦੇਣ ਦੇ ਲਈ, ਤਾਂ ਕਿ ਸਾਨੂੰ ਅੰਦਾਜ਼ਾ, ਹੈਰਾਨੀ ਜਾਂ ਚਿੰਤਾ ਨਾ ਕਰਨੀ ਪਵੇ। ਅਸੀਂ ਸੱਚਾਈ ਨੂੰ ਜਾਣ ਸਕਦੇ ਹਾਂ ਅਤੇ ਆਧਾਰਿਤ ਹੋ ਸਕਦੇ ਹਾਂ। ਕਿਰਪਾ ਕਰਕੇ ਸਾਰੇ ਪਹਿਲਾਂ ਤੋਂ ਵਿਚਾਰਾਂ ਨੂੰ ਪਾਸੇ ਰੱਖਣ ਦੀ ਕੋਸ਼ਿਸ਼ ਕਰੋ, ਮੌਤ ਦੇ ਵਿਸ਼ੇ ਉੱਤੇ ਜਿਹੜੇ ਵੀ ਹਨ, ਅਤੇ ਪਰਮੇਸ਼ਵਰ ਦੇ ਵਚਨ ਨੂੰ ਬੋਲਣ ਦੀ ਆਗਿਆ ਦਿਓ। ਬਾਈਬਲ ਤੁਹਾਨੂੰ ਦੱਸ ਦੇਵੇਗੀ। ਹੁਣ ਮੈਂ ਜਾਣਦੀ ਹਾਂ ਕਿ ਈਸਾਈ ਅਤੇ ਗੈਰ ਈਸਾਈ ਵੀ ਮੌਤ ਦੇ ਇਸ ਵਿਸ਼ੇ ਨੂੰ ਵੱਖਰੇ ਤਰੀਕੇ ਨਾਲ ਵੇਖਦੇ ਹਨ। ਕੁਝ ਧਰਮ ਪੁਨਰ ਜਨਮ ਵਿੱਚ ਵਿਸ਼ਵਾਸ ਕਰਦੇ ਹਨ ਤੇ ਕੁਝ ਧਰਮ ਨਿਰਪੱਖ ਲੋਕ ਮੰਨਦੇ ਹਨ ਕਿ ਮੌਤ ਹੀ ਅੰਤ ਹੈ ਅਤੇ ਕਬਰ ਤੋਂ ਪਰੇ ਕੁਝ ਨਹੀਂ। ਜੇ ਤੁਸੀਂ ਈਸਾਈਆਂ ਤੋਂ ਪੁੱਛੋਗੇ ਤਾਂ ਬਹੁਤ ਸਾਰੇ ਤੁਹਾਨੂੰ ਕਹਿਣਗੇ ਕਿ ਇੱਕ ਵਿਅਕਤੀ ਦੇ ਵਿੱਚ ਪ੍ਰਾਣ ਹੁੰਦੇ ਹਨ। ਜਦੋਂ ਉਹ ਮਰਦਾ ਹੈ ਜਾਂ ਤਾਂ ਉਹ ਸਵਰਗ ਜਾਂਦਾ ਹੈ ਜਾਂ ਉਹ ਨਰਕ ਜਾਂਦਾ ਹੈ, ਅਤੇ ਉਹਨਾਂ ਵਿੱਚੋਂ ਕੁਝ ਵਿਸ਼ਵਾਸ ਕਰਦੇ ਹਨ ਕਿ ਕੋਈ ਵਿਚਕਾਰਲੇ ਸਥਾਨ ਵਿੱਚ ਜਾਂਦੇ ਹਨ ਜਿਸ ਨੂੰ ਪਰਗੇਟਰੀ ਕਿਹਾ ਜਾਂਦਾ ਹੈ, ਜਿੱਥੇ ਮੁਰਦਾ ਵਿਅਕਤੀ ਦੁਬਾਰਾ ਜੀ ਉੱਠਣ ਦਾ ਇੰਤਜ਼ਾਰ ਕਰਦੇ ਹਨ ਜਦੋਂ ਯੀਸ਼ੂ ਆਏਗਾ, ਜਾਂ ਉਹ ਪਹਿਲਾਂ ਤੋਂ ਹੀ ਸਵਰਗ ਦੇ ਵਿੱਚ ਹਨ। ਕਈ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਹਨ, ਜਿਵੇਂ ਕਿ ਪ੍ਰਾਣਾਂ ਦੀਆਂ ਅੱਖਾਂ ਹੁੰਦੀਆਂ ਹਨ
ਕੀ ਉਹ ਬੋਲ ਸਕਦੇ ਹਨ? ਕਿਆ ਉਹਨਾਂ ਦੇ ਮੂੰਹ ਹੁੰਦੇ ਹਨ ਜਾਂ ਕੰਨ ਹੁੰਦੇ ਹਨ? ਜੇ ਪ੍ਰਾਣ ਦੀਆਂ ਅੱਖਾਂ, ਮੂੰਹ ਤੇ ਕੰਨ ਹੁੰਦੇ ਹਨ ਤਾਂ ਉਹ ਸਵਰਗ ਦੇ ਵਿੱਚ ਕਿੱਦਾਂ ਦੇਖਣਗੇ ਜਾਂ ਕਿੱਦਾਂ ਨਹੀਂ ਦੇਖਣਗੇ? ਫਿਰ ਸਰੀਰ ਦਾ ਕੀ ਹੋਣਾ ਹੈ? ਇਸ ਲਈ ਇੱਥੇ ਸਾਰੇ ਕਿਸਮ ਦੇ ਬੰਬਲ-ਬੂਸੇ ਵਾਲੇ ਪ੍ਰਸ਼ਨ ਹਨ। ਲੋਕ ਸੱਚਮੁੱਚ ਮੌਤ ਦੇ ਵਿਸ਼ੇ ਤੋਂ ਬਹੁਤ ਦੁਖੀ ਹਨ ਕਿਉਂਕਿ ਉਹ ਸਮਝ ਨਹੀਂ ਪਾ ਰਹੇ ਕਿ ਆਤਮਾ ਅਮਰ ਹੈ ਜਾਂ ਕੋਈ ਪੂਰਨ ਉਥਾਨ ਹੈ। ਤੁਸੀਂ ਦੇਖਦੇ ਹੋ, ਜੇ ਆਤਮਾ ਅਮਰ ਹੈ ਫਿਰ ਇਹ ਸਵਰਗ ਜਾਂ ਨਰਕ ਵਿੱਚ ਹੀ ਜਾ ਸਕਦੀ ਹੈ ਮੌਤ ਦੇ ਤੁਰੰਤ ਬਾਅਦ। ਜੇ ਆਤਮਾ ਅਮਰ ਹੈ ਤਾਂ ਕੀ ਮਰੇ ਹੋਏ ਵਿਅਕਤੀ ਜਿਉਂਦਿਆਂ ਨਾਲ ਗੱਲਾਂ ਕਰ ਸਕਦੇ ਹਨ? ਮੌਤ ਦਾ ਸਾਰਾ ਮੁੱਦਾ ਅਮਰਤਾ ਦੇ ਸਵਾਲ ਦੇ ਨਾਲ ਹੈ। ਕੀ ਹੁਣ ਸਾਡੇ ਕੋਲ ਹੈ? ਕੀ ਇਹ ਸਾਨੂੰ ਮਸੀਹ ਦੇ ਦੂਜੇ ਆਗਮਨ ਤੇ ਦਿੱਤਾ ਜਾਵੇਗਾ? ਸਾਡਾ ਅਧੀਨ ਸਾਨੂੰ ਜਵਾਬ ਦੇਵੇਗਾ, ਜੋ ਕਿ ਹੈ ਜੇ ਬਾਈਬਲ ਵਿੱਚ ਹੈ ਤਾਂ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਪਰ ਜੇ ਬਾਈਬਲ ਇਸ ਨਾਲ ਸਹਿਮਤ ਨਹੀਂ ਹੈ ਤਾਂ ਇਹ ਮੇਰੇ ਲਈ ਨਹੀਂ ਹੈ। ਇੱਕ ਵਾਰ ਇੱਕ ਕਬਰਸਤਾਨ ਵਿੱਚ ਇੱਕ ਛੋਟਾ ਲੜਕਾ ਚੱਲ ਰਿਹਾ ਸੀ। ਇੱਕ ਹੈਡਸਟੋਨ ਨੇ ਉਸਦੀ ਅੱਖ ਪਕੜ ਲਈ। ਸ਼ਿਲਾਲੇਖ ਤੇ ਲਿਖਿਆ ਸੀ, ਦੋਸਤੋ, ਜਦੋਂ ਤੁਸੀਂ ਜਾ ਰਹੇ ਹੋ ਰੁਕੋ। ਜਿਵੇਂ ਕਿ ਤੁਸੀਂ ਹੁਣ ਹੋ, ਇੱਕ ਵਾਰ ਮੈਂ ਵੀ ਸੀ। ਜਿਵੇਂ ਕਿ ਹੁਣ ਮੈਂ ਹਾਂ, ਤੁਸੀਂ ਵੀ ਜਲਦੀ ਉਵੇਂ ਹੋ ਜਾਓਗੇ। ਇਸ ਲਈ ਆਪਣੇ ਆਪ ਨੂੰ ਮੇਰੇ ਪਿੱਛੇ ਲਗਾਉਣ ਲਈ ਤਿਆਰ ਰੱਖੋ। ਛੋਟੇ ਮੁੰਡੇ ਨੇ ਆਪਣੀ ਜੇਬ ਦੇ ਵਿੱਚੋਂ ਕ੍ਰੇਯੋਨ ਕੱਢ ਲਿਆ। ਰੰਗ ਨਾਲ ਉਸਨੇ ਸਿਰ ਦੇ ਪੱਥਰ ਦੇ ਉੱਤੇ ਲਿਖਿਆ, ਤੁਹਾਡੇ ਮਗਰ ਲੱਗਣ ਲਈ ਮੈਂ ਸੰਤੁਸ਼ਟ ਨਹੀਂ ਹਾਂ ਜਦ ਤੱਕ ਮੈਨੂੰ ਪਤਾ ਨਹੀਂ ਚੱਲ ਜਾਂਦਾ ਕਿ ਤੁਸੀਂ ਗਏ ਕਿੱਥੇ ਹੋ। ਹਰ ਉਮਰ ਤੋਂ, ਹਰ ਸਮੇਂ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ, ਜਦੋਂ ਅਸੀਂ ਮਰਦੇ ਹਾਂ ਤਾਂ ਅਸੀਂ ਕਿੱਥੇ ਜਾਂਦੇ ਹਾਂ। ਬਾਈਬਲ ਸਾਨੂੰ ਭਰੋਸੇਯੋਗ ਜਵਾਬ ਦਿੰਦੀ ਹੈ। ਇਹ ਸਿਰਫ ਮੌਤ ਤੋਂ ਬਾਅਦ ਕੀ ਹੁੰਦਾ ਹੈ, ਸਾਨੂੰ ਇਹ ਵੀ ਪ੍ਰਗਟ ਕੀਤਾ ਜਾਂਦਾ ਹੈ, ਪਰ ਇਸ ਦੇ ਨਾਲ ਨਾਲ ਸਾਨੂੰ ਇਹ ਨਵੀਂ ਉਮੀਦ ਤੇ ਵਿਸ਼ਵਾਸ ਦੇ ਨਾਲ ਮੌਤ ਦਾ ਸਾਹਮਣਾ ਕਰਨਾ ਸਿਖਾਉਂਦੀ ਹੈ। ਪ੍ਰਕਾਸ਼ ਦੀ ਪੋਥੀ, ਉਸਦਾ ਪਹਿਲਾ ਅਧਿਆਇ, ਇੱਕ ਸ਼ਾਨਦਾਰ ਵਿਅਕਤੀ ਯੀਸ਼ੂ ਦੇ ਵਿਅਕਤੀ ਨਾਲ ਸਾਡੀ ਜਾਣ ਪਹਿਚਾਣ ਕਰਾਉਂਦਾ ਹੈ। ਉਸਨੇ ਇੱਕ ਚਮਕਦਾ ਹੋਇਆ ਚਿੱਟਾ ਚੋਗਾ ਪਾਇਆ ਹੋਇਆ ਸੀ। ਉਸਦੀਆਂ ਅੱਖਾਂ ਅੱਗ ਦੀਆਂ ਲਾਟ ਵਾਂਗ ਸਨ। ਯੀਸ਼ੂ ਨੇ ਪ੍ਰਕਾਸ਼ ਦੀ ਪੋਥੀ 1:18 ਵਿੱਚ ਆਪਣੇ ਆਪ ਦੀ ਪਛਾਣ ਕੀਤੀ, ਮੈਂ ਉਹ ਹਾਂ ਜਿਹੜਾ ਜਿਉਂਦਾ ਸੀ ਤੇ ਮਾਰਿਆ ਗਿਆ, ਅਤੇ ਵੇਖੋ ਮੈਂ ਸਦਾ ਲਈ ਜਿਉਂਦਾ ਹਾਂ, ਆਮੀਨ, ਅਤੇ ਮੇਰੇ ਕੋਲ ਨਰਕ ਅਤੇ ਮੌਤ ਦੀਆਂ ਚਾਬੀਆਂ ਹਨ। ਯੀਸ਼ੂ ਨੇ ਮੌਤ ਨੂੰ ਜਿੱਤ ਲਿਆ, ਇਸ ਲਈ ਉਹ ਕਬਰ ਦੀਆਂ ਚਾਬੀਆਂ ਰੱਖਦਾ ਹੈ। ਕੋਈ ਵੀ ਵਿਸ਼ਵਾਸੀ ਜਿਹੜਾ ਮਰ ਜਾਂਦਾ ਹੈ ਅਤੇ ਯੀਸ਼ੂ ਦੇ ਵਿੱਚ ਟਿਕਦਾ ਹੈ, ਜੀ ਉਠਾਏ ਜਾਣ ਦੀ ਉਮੀਦ ਉਹ ਰੱਖ ਸਕਦਾ ਹੈ। ਪਰ ਹਰ ਕੋਈ ਕਹਿੰਦਾ ਹੈ ਕਿ ਬਾਈਬਲ ਕੀ ਸਿਖਾਉਂਦੀ ਹੈ ਅਮਰ ਆਤਮਾ ਦੇ ਵਿਚਾਰ ਬਾਰੇ। ਆਓ ਅਸੀਂ ਉਤਪਤ ਤੋਂ ਸ੍ਰਿਸ਼ਟੀ ਹਫ਼ਤੇ ਵਾਪਸ ਚਲੀਏ, ਇੱਕ ਸੁਰਾਗ ਲੱਭਣ ਲਈ। ਜਦੋਂ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਕੀ ਹੁੰਦਾ ਹੈ? ਸ਼ਾਇਦ ਜੇ ਅਸੀਂ ਸਮਝਦੇ ਹਾਂ ਕਿ ਸਾਡੀ ਸਿਰਜਣਾ ਵੇਲੇ ਕੀ ਹੋਇਆ ਸੀ, ਤਾਂ ਜਦੋਂ ਅਸੀਂ ਮਰ ਜਾਂਦੇ ਹਾਂ ਤਾਂ ਅਸੀਂ ਸਮਝ ਸਕਦੇ ਹਾਂ ਕਿ ਕੀ ਹੋਵੇਗਾ। ਬਾਈਬਲ ਉਤਪਤ ਉਹਦੇ 2:7 ਵਿੱਚ ਕਹਿੰਦੀ ਹੈ, ਅਤੇ ਪ੍ਰਭੂ ਪਰਮੇਸ਼ਵਰ ਨੇ ਧਰਤੀ ਦੀ ਧੂੜ ਦੇ ਨਾਲ ਮਨੁੱਖ ਬਣਾਇਆ ਅਤੇ ਉਸ ਦੇ ਨਾਸਾਂ ਵਿੱਚ ਜ਼ਿੰਦਗੀ ਦਾ ਸਾਹ, ਅਤੇ ਆਦਮੀ ਇੱਕ ਜੀਵਿਤ ਆਤਮਾ ਬਣ ਗਿਆ। ਇਹ ਤਿੰਨ ਮੁੱਖ ਵਾਕ ਵੇਖੋ। ਰੱਬ ਨੇ ਧਰਤੀ ਦੀ ਧੂੜ ਨਾਲ ਮਨੁੱਖ ਨੂੰ ਬਣਾਇਆ, ਉਸ ਵਿੱਚ ਜ਼ਿੰਦਗੀ ਦਾ ਸਾਹ ਪਾਇਆ ਅਤੇ ਆਦਮੀ ਇੱਕ ਜੀਵਿਤ ਆਤਮਾ ਬਣ ਗਿਆ। ਬਾਈਬਲ ਕਹਿੰਦੀ ਹੈ ਕਿ ਰੱਬ ਨੇ ਇੱਕ ਅਮਰ ਆਤਮਾ ਉੱਤੇ ਆਦਮ ਪਾਇਆ। ਨਹੀਂ, ਇਹ ਨਹੀਂ ਕਹਿੰਦੀ। ਇਸ ਦੇ ਬਜਾਏ ਇਹ ਮਨੁੱਖ ਲਈ ਇੱਕ ਫਾਰਮੂਲਾ ਦੱਸਦੀ ਹੈ। ਮਿੱਟੀ ਅਤੇ ਆਤਮਾ ਇੱਕ ਜੀਵਿਤ ਆਤਮਾ ਦੇ ਬਰਾਬਰ ਹੈ, ਜਾਂ ਇਸ ਦਾ ਵਰਣਨ ਕਰਨ ਦਾ ਇੱਕ ਹੋਰ ਤਰੀਕਾ ਹੈ, ਧਰਤੀ ਅਤੇ ਸਾਹ ਦਾ ਤੱਤ ਇੱਕ ਜੀਵਨ ਦੇ ਬਰਾਬਰ ਹੈ। ਇੱਕ ਜੀਵਿਤ ਆਤਮਾ ਦਾ ਅਰਥ ਇੱਕ ਜੀਵਿਤ ਵਿਅਕਤੀ ਹੁੰਦਾ ਹੈ। ਆਦਮ ਇੱਕ ਜੀਵਿਤ ਪ੍ਰਾਣੀ ਜਾਂ ਇੱਕ ਜੀਵਿਤ ਵਿਅਕਤੀ ਬਣ ਗਿਆ। ਤੁਸੀਂ ਦੇਖੋ, ਮੇਰੇ ਕੋਲ ਇੱਕ ਆਤਮਾ ਨਹੀਂ ਹੈ, ਮੈਂ ਇੱਕ ਆਤਮਾ ਹਾਂ, ਇੱਕ ਜੀਵਿਤ ਪ੍ਰਾਣੀ, ਇੱਕ ਵਿਅਕਤੀ, ਅਤੇ ਤੁਸੀਂ ਵੀ ਉਹੀ ਹੋ। ਹੁਣ ਅਸੀਂ ਇਹ ਜਾਣਨਾ ਚਾਹੋਗੇ ਕਿ ਇਹ ਆਤਮਾ ਹੈ ਕੀ, ਅਤੇ ਜੇ ਇਹ ਅਮਰ ਹੈ, ਜੇ ਕਦੀ ਨਹੀਂ ਮਰ ਸਕਦੀ, ਕੀ ਇਹ ਕਦੀ ਮਰ ਸਕਦੀ ਹੈ? ਹਿਜ਼ਕੀਏਲ ਉਹਦੇ 18 ਔਰ ਉਹਦੀ 4 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਦੇਖੋ ਸਾਰੀਆਂ ਰੂਹਾਂ ਮੇਰੀਆਂ ਹਨ, ਜਿਹੜੀ ਜਾਨ ਪਾਪ ਕਰਦੀ ਹੈ ਉਹ ਮਰੇਗੀ। ਬਾਈਬਲ ਕਹਿੰਦੀ ਹੈ ਕਿ ਇੱਕ ਜਿਉਂਦੀ ਆਤਮਾ ਮਰ ਜਾਂਦੀ ਹੈ, ਇੱਕ ਵਿਅਕਤੀ ਮਰ ਜਾਂਦਾ ਹੈ, ਇੱਕ ਜੀਵਨ ਮਰ ਜਾਂਦਾ ਹੈ। ਇਹ ਤਿੰਨ ਸ਼ਬਦ ਬਦਲਾਵਯੋਗ ਹਨ। ਮੱਤੀ 16:25 ਤੋਂ 26 ਤੱਕ। ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਸ ਨੂੰ ਗਵਾ ਦੇਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਉਂਦਾ ਹੈ ਉਸ ਨੂੰ ਪਾ ਲਵੇਗਾ। ਮਨੁੱਖ ਲਈ ਕੀ ਲਾਭ ਹੈ ਜੇ ਉਹ ਸਾਰਾ ਸੰਸਾਰ ਹਾਸਲ ਕਰ ਲੈਂਦਾ ਹੈ ਅਤੇ ਆਪਣੀ ਜਾਨ ਗਵਾ ਲੈਂਦਾ ਹੈ? ਜਾਂ ਇੱਕ ਵਿਅਕਤੀ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? ਮੌਤ ਦਾ ਅਰਥ ਮੌਤ ਦੇ ਅਧੀਨ ਹੈ, ਤੁਸੀਂ ਮਰ ਸਕਦੇ ਹੋ। ਅਮਰ ਦਾ ਭਾਵ ਹੈ ਅਵਿਨਾਸ਼ੀ, ਤੁਸੀਂ ਨਹੀਂ ਮਰ ਸਕਦੇ। ਪਹਿਲਾ ਤਿਮੋਥੀ ਉਹਦੀ 1:17 ਵਿੱਚ ਕਿਹਾ ਗਿਆ ਹੈ, ਹੁਣ ਸਦੀਵੀ ਰਾਜੇ ਨੂੰ, ਅਮਰ ਪਰਮਾਤਮਾ ਨੂੰ ਅਦਿਕ, ਜੋ ਕਿ ਇਕੱਲਾ ਸਿਆਣਾ ਹੈ, ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ ਦੋ, ਆਮੀਨ। ਕੇਵਲ ਬ੍ਰਹਮੰਡ ਦਾ ਰਾਜਾ ਅਮਰ ਹੈ। ਅਸੀਂ ਵਿਸ਼ਵਾਸੀ ਹਾਂ ਜਿਹੜੇ ਧਰਤੀ ਤੇ ਰਹਿੰਦੇ ਹਾਂ ਅਤੇ ਮਰਦੇ ਹਾਂ। ਕੇਵਲ ਉਦੋਂ ਹੀ ਪ੍ਰਾਪਤ ਹੋਵੇਗਾ ਜਦੋਂ ਮਸੀਹ ਆਵੇਗਾ। ਹੁਣ ਅਸੀਂ ਪਹਿਲਾ ਤਿਮੋਥੀਓ ਉਹਦੀ 6 ਅਧਿਆਇ ਤੇ 15 ਔਰ 16 ਵਿੱਚ ਵੇਖਦੇ ਹਾਂ,
ਉਹ ਜਿਹੜਾ ਧਨ ਹੈ ਅਤੇ ਕੇਵਲ ਸ਼ਕਤੀਸ਼ਾਲੀ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ, ਜਿਸ ਕੋਲ ਇਕੱਲੇ ਅਮਰਤਾ ਹੈ, ਪਹੁੰਚ ਤੋਂ ਬਾਹਰ ਰੌਸ਼ਨੀ ਵਿੱਚ ਰਹਿਣਾ। ਦੁਬਾਰਾ ਦੁਹਰਾਈਏ, ਸੱਚ ਇਹ ਹੈ ਕਿ ਕੇਵਲ ਪਰਮਾਤਮਾ ਹੀ ਅਮਰ ਹੈ, ਜੋ ਕਿ ਕਦੀ ਨਹੀਂ ਮਰ ਸਕਦਾ। ਤੁਸੀਂ ਦੇਖੋ, ਪਤਾਲਾਨ ਯੂਨਾਨੀ ਫਲਸਫਾ ਸਿਖਾਉਂਦਾ ਹੈ ਕਿ ਆਤਮਾ ਅਮਰ ਹੈ। ਇਹ ਮਨੁੱਖ ਦੁਆਰਾ ਬਣਾਈ ਗਈ ਸਿੱਖਿਆ ਹੈ ਕਿ ਆਤਮਾ ਸਰੀਰ ਤੋਂ ਅਲੱਗ ਰਹਿ ਸਕਦੀ ਹੈ ਅਤੇ ਇਸ ਦਾ ਅੱਜਕੱਲ ਆਪਣਾ ਹੀ ਜੀਵਨ ਹੈ। ਬਾਈਬਲ ਸਿਖਾਉਂਦੀ ਹੈ ਕਿ ਮਨੁੱਖ ਇੱਕ ਏਕੀਕ੍ਰਿਤ ਇਕਾਈ ਹੈ, ਸਰੀਰ, ਮਨ ਅਤੇ ਆਤਮਾ। ਇਹ ਭਾਗ ਅਟੁੱਟ ਹਨ। ਪੂਰੇ ਵਿਅਕਤੀ ਨੂੰ ਬਣਾਉਣ ਲਈ ਇਹ ਸਾਰੇ ਤਿੰਨ ਹਿੱਸੇ ਲੈਂਦਾ ਹੈ। ਜਦੋਂ ਕਿ ਅਧਿਆਤਮਵਾਦ ਅਤੇ ਨਵਾਂ ਜ਼ਮਾਨੇ ਦੇ ਦਰਸ਼ਨ ਹੁੰਦੇ ਹਨ ਤੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਆਤਮਾ ਅਮਰ ਹੈ। ਇਹ ਮਨੁੱਖ ਦੁਆਰਾ ਬਣਾਈ ਗਈ ਸਿੱਖਿਆ ਰੂਹ ਨੂੰ ਵੱਖ ਕਰਦੀ ਹੈ। ਕਿਸੇ ਵਿਅਕਤੀ ਦੀ ਮੌਤ ਹੋਣ ਤੇ, ਜਿਵੇਂ ਕਿ ਉਹ ਦੋ ਵੱਖਰੀਆਂ ਸੰਸਥਾਵਾਂ ਹਨ, ਰੂਹਾਨੀਅਤ ਸਿਖਾਉਂਦੀ ਹੈ ਕਿ ਜਦੋਂ ਤੁਸੀਂ ਮਰ ਜਾਂਦੇ ਹੋ, ਇੱਥੇ ਤੁਹਾਡਾ ਸਾਰ ਹੈ ਜੋ ਸਵਰਗ ਤੋਂ ਫਲੋਟ ਕਰਦਾ ਹੈ ਅਤੇ ਰਹਿੰਦਾ ਹੈ ਅਤੇ ਤੁਸੀਂ ਵਾਪਸ ਆ ਸਕਦੇ ਹੋ ਅਤੇ ਜੀਵਨ ਔਰ ਜੀਵਿਤ ਵਿਅਕਤੀਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਦੋਸਤੋ, ਕਿ ਤੁਸੀਂ ਵੇਖਦੇ ਹੋ ਤੇ ਸਮਝਦੇ ਹੋ ਕਿ ਅਜਿਹਾ ਮਾਰੂ ਵਿਚਾਰ ਕਿਉਂ ਹੈ? ਸ਼ੈਤਾਨ ਮੌਤ ਬਾਰੇ ਇਹਨਾਂ ਝੂਠੇ ਵਿਚਾਰਾਂ ਦੀ ਵਰਤੋਂ ਕਰ ਸਕਦਾ ਹੈ ਸਾਨੂੰ ਧੋਖਾ ਦੇਣ ਦੇ ਲਈ, ਅਤੇ ਉਹ ਕਰਦਾ ਵੀ ਹੈ। ਆਓ ਪੜ੍ਹੀਏ ਬਾਈਬਲ ਦੇ ਵਿੱਚੋਂ 1 ਕੁਰਿੰਥੀਓ 15 ਉਹਦੀ 51 ਆਇਤ ਵਿੱਚ ਔਰ 52 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਵੇਖੋ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ, ਅਸੀਂ ਸੁੱਤੇ ਨਹੀਂ ਰਹਾਂਗੇ, ਪਰ ਅਸੀਂ ਸਾਰੇ ਇੱਕ ਪਲ ਵਿੱਚ ਬਦਲ ਜਾਵਾਂਗੇ। ਆਖਰੀ ਬਿਗਲ ਤੇ ਇੱਕ ਅੱਖ ਝਪਕਦੇ ਹੋਏ ਤੁਰਈ ਵਜਾਈ ਜਾਏਗੀ ਅਤੇ ਮੁਰਦਿਆਂ ਨੂੰ ਅਵਿਨਾਸ਼ੀ ਬਣਾਇਆ ਜਾਵੇਗਾ ਅਤੇ ਅਸੀਂ ਬਦਲ ਜਾਵਾਂਗੇ। ਜਦੋਂ ਰੱਬ ਨੇ ਆਦਮ ਨੂੰ ਬਣਾਇਆ ਤਾਂ ਉਸਨੇ ਆਪਣੇ ਸਾਹ ਉਸਦੇ ਅੰਦਰ ਰੱਖੇ, ਇੱਕ ਅਮਰ ਆਤਮਾ ਨਹੀਂ। ਉਤਪਤ 2:7 ਅਤੇ ਪ੍ਰਭੂ ਪਰਮੇਸ਼ਵਰ ਨੇ ਮਨੁੱਖ ਨੂੰ ਬਣਾਇਆ ਧਰਤੀ ਦੀ ਧੂੜ ਦੀ ਤੇ ਉਹਨਾਂ ਦੀਆਂ ਨਾਸਾਂ ਵਿੱਚ ਜ਼ਿੰਦਗੀ ਦਾ ਸਾਹ ਅਤੇ ਆਦਮੀ ਨੂੰ ਇੱਕ ਜੀਵਿਤ ਆਤਮਾ ਬਣਾ ਦਿੱਤਾ। ਇਸ ਬਾਰੇ ਸੋਚੋ, ਮੌਤ ਉਲਟ ਰੂਪ ਵਿੱਚ ਸਿਰਜਣਾ ਹੈ, ਤਾਂ ਫਿਰ ਕਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਹੈ? ਉਹ ਕਿਹੜਾ ਕੰਮ ਹੈ ਜੋ ਵਾਪਸ ਪਰਮਾਤਮਾ ਕੋਲ ਉਹ ਕਰਨ ਜਾਂਦਾ ਹੈ? ਕੀ ਇਹ ਭੇਤ ਹੈ? ਚਲੋ ਹਮੇਸ਼ਾ ਦੀ ਤਰ੍ਹਾਂ ਬਾਈਬਲ ਤੋਂ ਹੀ ਅਸੀਂ ਉੱਤਰ ਲੱਭੀਏ। ਉਪਦੇਸ਼ਕ ਦੀ ਪੋਥੀ 12:7 ਫਿਰ ਧੂੜ ਧਰਤੀ ਉੱਤੇ ਵਾਪਸ ਆਵੇਗੀ ਜਿਵੇਂ ਇਹ ਹੈ ਅਤੇ ਆਤਮਾ ਉਸ ਪਰਮਾਤਮਾ ਵੱਲ ਵਾਪਸ ਆਵੇਗੀ ਜਿਸਨੇ ਇਸ ਨੂੰ ਦਿੱਤਾ। ਠੀਕ ਹੈ, ਇਸ ਲਈ ਸਰੀਰ ਮਿੱਟੀ ਵਿੱਚ ਜਾਂਦਾ ਹੈ, ਪਰ ਉਹ ਆਤਮਾ ਜੋ ਵਾਪਸ ਪਰਮਾਤਮਾ ਵੱਲ ਜਾਂਦੀ ਹੈ ਉਹ ਚੀਜ਼ ਨਹੀਂ ਜਿਹੜੀ ਚੇਤਨ ਹੁੰਦੀ ਹੈ। ਇਹ ਪਰਮਾਤਮਾ ਦਾ ਸਾਹ ਜਾਂ ਸ਼ਕਤੀ ਹੈ ਜੋ ਪਰਮਾਤਮਾ ਨੂੰ ਵਾਪਸ ਜਾਂਦੀ ਹੈ। ਪਰਮਾਤਮਾ ਨੇ ਉਸ ਵਿਅਕਤੀ ਦੀ ਪਛਾਣ ਆਪਣੇ ਦਿਮਾਗ ਵਿੱਚ ਬਣਾਈ ਰੱਖੀ ਹੈ। ਆਤਮਾ ਲਈ ਪੁਰਾਣੇ ਨਿਯਮ ਦਾ ਇਬਰਾਨੀ ਸ਼ਬਦ ਰੋਸ਼ ਹੈ, ਜਿਸ ਦਾ ਅਰਥ ਹੈ ਸਾਹ। ਸੋ ਆਤਮਾ ਅਤੇ ਸਾਹ ਇੱਕੋ ਚੀਜ਼ ਹਨ। ਆਤਮਾ ਅਤੇ ਪ੍ਰਾਣ ਵੱਖਰੇ ਹਨ। ਰੱਬ ਆਦਮੀ ਨੂੰ ਧਰਤੀ ਦੀ ਧੂੜ ਤੋਂ ਬਾਹਰ ਕੱਢਦਾ ਹੈ, ਉਸਦਾ ਸਰੀਰ ਹੈ। ਰੱਬ ਮਨੁੱਖ ਦੇ ਵਿੱਚ ਸਾਹ ਲੈਂਦਾ ਹੈ। ਆਤਮਾ ਜਾਂ ਸਾਹ ਲਈ ਇਬਰਾਨੀ ਸ਼ਬਦ ਅਤੇ ਫਿਰ ਆਦਮੀ ਇੱਕ ਜੀਵਿਤ ਆਤਮਾ ਬਣ ਜਾਂਦਾ ਹੈ। ਜਦੋਂ ਇੱਕ ਵਿਅਕਤੀ ਮਰ ਜਾਂਦਾ ਹੈ, ਸਰੀਰ ਮਿੱਟੀ ਵਿੱਚ ਵਾਪਸ ਆ ਜਾਂਦਾ ਹੈ। ਜ਼ਿੰਦਗੀ ਦੀ ਆਤਮਾ ਜਾਂ ਸਾਹ ਜੀਵਨ ਦੀ ਸ਼ਕਤੀ ਹੈ ਜੋ ਕਿ ਰੱਬ ਕੋਲ ਵਾਪਸ ਚਲੀ ਜਾਂਦੀ ਹੈ। ਅਯੂਬ 27:3 ਦਰਸਾਉਂਦੀ ਹੈ ਕਿ ਸਾਹ ਅਤੇ ਆਤਮਾ ਇੱਕੋ ਜਿਹੇ ਹਨ। ਸਾਰੀ ਉਮਰ ਉਹ ਮੇਰਾ ਸਾਹ ਮੇਰੇ ਅੰਦਰ ਹੈ ਅਤੇ ਰੱਬ ਦੀ ਆਤਮਾ ਮੇਰੇ ਨਸਿਆਂ ਵਿੱਚ ਹੈ। ਇਸ ਲਈ ਪਰਮਾਤਮਾ ਦੀ ਆਤਮਾ ਸਪਸ਼ਟ ਤੌਰ ਤੇ ਸਾਹ ਹੈ ਅਤੇ ਕੁਝ ਭੂਤ ਨਹੀਂ ਹਨ ਜੋ ਸਾਡੀ ਨੱਕ ਦੇ ਵਿੱਚੋਂ ਬਾਹਰ ਆਉਂਦੇ ਹਨ ਜਾਂ ਅੰਦਰ। ਮੈਂ ਇਸ ਧਾਰਨਾ ਨੂੰ ਇੱਕ ਹਲਕੇ ਬਲਬ ਨਾਲ ਦਰਸਾਵਾਂਗੀ। ਮੈਂ ਇਸ ਕਮਰੇ ਨੂੰ ਰੋਸ਼ਨ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਲਾਈਟ ਬਲਬ ਦੀ ਜ਼ਰੂਰਤ ਹੋਵੇਗੀ, ਪਰ ਮੈਨੂੰ ਸਿਰਫ ਇੱਕ ਸਾਦੇ ਬਲਬ ਲਾਈਟ ਦੀ ਹੀ ਜ਼ਰੂਰਤ ਹੈ। ਆਓ ਅਸੀਂ ਇਸ ਬਲਬ ਨੂੰ ਇੱਕ ਵਿਅਕਤੀ ਦੇ ਸਰੀਰ ਨਾਲ ਦਰਸਾਉਂਦੇ ਹਾਂ। ਰੋਸ਼ਨੀ ਪਾਉਣ ਦੇ ਲਈ ਮੈਨੂੰ ਇਸ ਲਾਈਟ ਬਲਬ ਦੀ ਸ਼ਕਤੀ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਇਹ ਬਲਬ ਇਕੱਲੇ ਮੈਨੂੰ ਪ੍ਰਕਾਸ਼ ਨਹੀਂ ਦੇ ਸਕਦਾ, ਮੈਨੂੰ ਇੱਕ ਸ਼ਕਤੀ ਦਾ ਸਰੋਤ ਚਾਹੀਦਾ ਹੈ। ਇਸ ਲਈ ਸ਼ਕਤੀ ਜੀਵਨ ਦੀ ਚੰਗਿਆਈ ਪਰਮਾਤਮਾ ਦੇ ਸਾਹ ਨੂੰ ਦਰਸਾਉਂਦੀ ਹੈ, ਬਿਜਲੀ ਦੀ ਤਾਰ ਦੁਆਰਾ ਜੋ ਕਿ ਬਲਬ ਦੇ ਵਿੱਚ ਆਉਂਦੀ ਹੈ ਅਤੇ ਇਹ ਰੋਸ਼ਨੀ ਪੈਦਾ ਕਰਦੀ ਹੈ। ਜਿਵੇਂ ਜਦੋਂ ਰੱਬ ਦੀ ਸਾਹ ਆਦਮ ਦੇ ਸਰੀਰ ਦੇ ਵਿੱਚ ਦਾਖਲ ਹੋਈ, ਇਸਨੇ ਜ਼ਿੰਦਗੀ ਪੈਦਾ ਕੀਤੀ। ਫਿਰ ਕੀ ਹੁੰਦਾ ਹੈ ਜਦੋਂ ਤੁਸੀਂ ਇਸ ਰੋਸ਼ਨੀ ਨੂੰ ਅਲੱਗ ਹੋ ਜਾਂਦੇ ਹੋ? ਬਿਜਲੀ ਚਲੀ ਗਈ। ਇਸ ਲਈ ਜਦੋਂ ਅਸੀਂ ਸਾਹ ਲੈਣਾ ਬੰਦ ਕਰਦੇ ਹਾਂ ਤੇ ਸਾਡਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਅਸੀਂ ਉਦੋਂ ਮਰ ਜਾਂਦੇ ਹਾਂ ਅਤੇ ਸਾਡਾ ਸਾਹ ਅਤੇ ਸਾਡੀ ਜ਼ਿੰਦਗੀ ਦੀ ਚੰਗਿਆੜੀ ਰੱਬ ਕੋਲ ਵਾਪਸ ਚਲੀ ਜਾਂਦੀ ਹੈ। ਜਿਵੇਂ ਕਿ ਅਯੂਬ ਨੇ ਸਾਨੂੰ ਕਿਹਾ ਹੈ ਕਿ ਸਾਹ ਆਤਮਾ ਦੇ ਬਰਾਬਰ ਨਹੀਂ ਹੈ, ਸਾਹ ਜੀਵਨ ਦੇ ਬਰਾਬਰ ਹੈ। ਕੀ ਮੌਤ ਵਿੱਚ ਕੋਈ ਚੇਤਨਾ ਹੈ? ਜ਼ਬੂਰਾਂ ਦੀ ਪੋਥੀ 146:4 ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਸਦਾ ਸਾਹ ਬਾਹਰ ਜਾਂਦਾ ਹੈ, ਉਹ ਆਪਣੀ ਧਰਤੀ ਉੱਤੇ ਪਰਤਿਆ।
ਉਸੇ ਦਿਨ ਉਸਦੇ ਵਿਚਾਰ ਖਤਮ ਹੋ ਗਏ। ਹਿਜ਼ਕੀਏਲ 9 ਦੀ 5 ਔਰ 6 ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਿਉਂਦੇ ਲੋਕ ਜਾਣਦੇ ਹਾਂ ਕਿ ਉਹ ਮਰ ਜਾਣਗੇ, ਪਰ ਮਰੇ ਹੋਏ ਕੁਝ ਵੀ ਨਹੀਂ, ਅਤੇ ਉਹਨਾਂ ਕੋਲ ਹੋਰ ਕੋਈ ਇਨਾਮ ਨਹੀਂ ਹੈ। ਉਹਨਾਂ ਦੀ ਯਾਦਾਸ਼ਤ ਭੁੱਲ ਗਈ ਹੈ, ਨਾਲੇ ਉਹਨਾਂ ਦਾ ਪਿਆਰ, ਉਹਨਾਂ ਦੀ ਨਫ਼ਰਤ ਅਤੇ ਉਹਨਾਂ ਦੀ ਈਰਖਾ ਹੁਣ ਖਤਮ ਹੋ ਗਿਆ ਹੈ। ਕਦੇ ਵੀ ਉਹਨਾਂ ਦਾ ਉਹ ਹਿੱਸਾ ਨਹੀਂ ਹੋਵੇਗਾ ਸੂਰਜ ਦੇ ਅਧੀਨ ਕੀਤੀ ਗਈ ਕਿਸੇ ਵੀ ਚੀਜ਼ ਦੇ ਵਿੱਚ। ਇੱਥੇ ਕੀ ਕਿਹਾ ਗਿਆ ਹੈ ਕਿ ਮੌਤ ਕੁਝ ਨਹੀਂ ਜਾਣਦੀ? ਕਿਉਂ ਨਹੀਂ? ਕਿਉਂਕਿ ਮੌਤ ਵੇਲੇ ਉਹਨਾਂ ਦੇ ਵਿਚਾਰ ਖਤਮ ਹੋ ਜਾਂਦੇ ਹਨ ਤੇ ਇੱਥੇ ਕੋਈ ਚੇਤਨਾ ਨਹੀਂ ਹੈ। ਉਹਨਾਂ ਕੋਲ ਹੁਣ ਪਿਆਰ, ਨਫ਼ਰਤ ਜਾਂ ਈਰਖਾ ਦੀਆਂ ਭਾਵਨਾਵਾਂ ਨਹੀਂ ਹਨ। ਸਾਡੇ ਮਰੇ ਹੋਏ ਅਜ਼ੀਜ਼ ਆਪਣੀ ਕਬਰਾਂ ਵਿੱਚ ਸ਼ਾਂਤੀ ਨਾਲ ਆਰਾਮ ਕਰ ਰਹੇ ਹਨ। ਹੁਣ ਇੱਕ ਅਗਲੀ ਤੱਥ ਸਾਨੂੰ ਹੈਰਾਨ ਕਰ ਸਕਦੀ ਹੈ ਕਿ ਤੁਸੀਂ ਜਾਣਦੇ ਹੋ ਕਿ ਬਾਈਬਲ ਸਿਖਾਉਂਦੀ ਹੈ ਕਿ ਮੌਤ ਇੱਕ ਨੀਂਦ ਵਰਗੀ ਹੈ, ਇੱਕ ਸ਼ਾਂਤ ਨੀਂਦ ਜੋ ਯੀਸ਼ੂ ਦੇ ਦੂਜੇ ਆਗਮਨ ਤੱਕ ਰਹਿੰਦੀ ਹੈ। ਅਤੇ ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਮੌਤ ਦਾ ਹਵਾਲਾ ਦਿੰਦੇ ਹੋਏ 50 ਤੋਂ ਜ਼ਿਆਦਾ ਵਾਰ ਇਸ ਦਾ ਵਰਣਨ ਕਰਦੀ ਹੈ। ਜ਼ਬੂਰਾਂ ਦੀ ਪੋਥੀ 13 ਦੀ 3 ਕਹਿੰਦੀ ਹੈ, ਹੇ ਮੇਰੇ ਪਰਮੇਸ਼ਵਰ, ਮੇਰੇ ਉੱਤੇ ਵਿਚਾਰ ਕਰੋ ਅਤੇ ਸੁਣੋ, ਮੇਰੀਆਂ ਅੱਖਾਂ ਨੂੰ ਰੌਸ਼ਨ ਕਰੋ, ਨਹੀਂ ਤਾਂ ਮੈਂ ਮੌਤ ਦੀ ਨੀਂਦ ਸੋਵਾਂਗਾ। ਦੁਬਾਰਾ ਅਸੀਂ ਵੇਖਿਆ ਕਿ ਬਾਈਬਲ ਮੌਤ ਨੂੰ ਆਰਾਮ ਕਹਿੰਦੀ ਹੈ। ਪੋਥੀ ਵਿੱਚ ਕਿਤੇ ਵੀ ਪ੍ਰਾਣ ਅਮਰ ਨਹੀਂ ਹੈ। ਨਹੀਂ, ਇੱਕ ਦਿਨ ਯੀਸ਼ੂ ਅਤੇ ਉਸਦੇ ਚੇਲੇ ਆਪਣੇ ਦੋਸਤਾਂ ਨੂੰ ਘਰ ਮਿਲਣ ਦੇ ਲਈ ਉਹਨਾਂ ਦੇ ਜਾ ਰਹੇ ਸਨ, ਲਾਜ਼ਰਸ, ਮਰੀਅਮ ਅਤੇ ਮਾਰਥਾ, ਤੇ ਉਹਨਾਂ ਨੂੰ ਇੱਕ ਜ਼ਰੂਰੀ ਖਬਰ ਮਿਲਦੀ ਹੈ ਕਿ ਲਾਜ਼ਰ ਬਹੁਤ ਬਿਮਾਰ ਹੋ ਗਿਆ ਸੀ ਤੇ ਉਹ ਹੁਣ ਮਰ ਗਿਆ ਹੈ। ਯੀਸ਼ੂ ਨੇ ਉਹਨਾਂ ਦੇ ਘਰ ਪਹੁੰਚਣ ਤੋਂ ਪਹਿਲਾਂ 3 ਦਿਨ ਉਡੀਕ ਕੀਤੀ। ਦਿਲਚਸਪ ਬਿਆਨ ਉਹ ਹੈ ਜੋ ਰਸਤੇ ਵਿੱਚ ਕਹਿੰਦਾ ਹੈ। ਯਹੂਨਾ 11 ਦੀ 11 ਤੋਂ 14 ਵਿੱਚ ਲਿਖਿਆ ਹੈ ਕਿ ਸਾਡਾ ਮਿੱਤਰ ਲਾਜ਼ਰ ਸੋ ਰਿਹਾ ਹੈ, ਮੈਂ ਜਾਂਦਾ ਹਾਂ ਤੇ ਉਸਨੂੰ ਜਗਾਵਾਂਗਾ। ਉਸਦੇ ਚੇਲੇ ਹੈਰਾਨ ਸਨ, ਪ੍ਰਭੂ ਜੀ ਉਹ ਸੌਂਦਾ ਹੈ ਤਾਂ ਉਹ ਠੀਕ ਹੋ ਜਾਵੇਗਾ। ਉਹਨਾਂ ਨੇ ਮੰਨ ਲਿਆ ਸੀ ਕਿ ਯੀਸ਼ੂ ਦਾ ਮਤਲਬ ਹੈ ਕਿ ਲਾਜ਼ਰ ਬਿਮਾਰ ਸੀ ਅਤੇ ਆਰਾਮ ਕਰ ਰਿਹਾ ਸੀ, ਪਰ ਯੀਸ਼ੂ ਉੱਥੇ ਉਸਦੀ ਮੌਤ ਦੇ ਬਾਰੇ ਗੱਲ ਕਰ ਰਿਹਾ ਸੀ, ਸੌਣ ਵੇਲੇ ਆਰਾਮ ਕਰਨ ਬਾਰੇ ਨਹੀਂ। ਚੇਲਿਆਂ ਨੇ ਸੋਚਿਆ ਕਿ ਉਹ ਸਵੇਰੇ ਉੱਠੇਗਾ ਤੇ ਉਹ ਬਿਹਤਰ ਮਹਿਸੂਸ ਕਰੇਗਾ। ਤਦ ਯੀਸ਼ੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ ਕਿ ਲਾਜ਼ਰ ਮਰ ਗਿਆ ਹੈ। ਯੀਸ਼ੂ ਲਈ ਸਾਰੇ ਬਾਈਬਲ ਲਿਖਾਰੀਆਂ ਦੀ ਤਰ੍ਹਾਂ ਮੌਤ ਇੱਕ ਨੀਂਦ ਹੈ। ਫਿਰ ਯੀਸ਼ੂ ਲਾਜ਼ਰ ਦੇ ਘਰ ਗਿਆ ਤੇ ਮਾਰਥਾ ਨੂੰ ਕਿਹਾ, ਹੁਣ ਇਹਨਾਂ ਸ਼ਬਦਾਂ ਨੂੰ ਧਿਆਨ ਨਾਲ ਨੋਟ ਕਰੋ। ਯਹੂਨਾ 11 ਦੀ 23 ਦੇ ਵਿੱਚ, ਤੁਹਾਡਾ ਭਰਾ ਫਿਰ ਜੀ ਉੱਠੇਗਾ। ਯੀਸ਼ੂ ਨੇ ਮਾਰਥਾ ਨੂੰ ਨਾ ਰੋਣ ਦੇ ਲਈ ਕਿਹਾ। ਇਹ ਹੈਰਾਨੀ ਵਾਲੀ ਖਬਰ ਹੈ ਕਿ ਤੁਹਾਡੇ ਭਰਾ ਦੀ ਆਤਮਾ ਸਵਰਗ ਵਿੱਚ ਹੈ। ਨਹੀਂ, ਯੀਸ਼ੂ ਨੇ ਕਿਹਾ ਕਿ ਉਹ ਆਪਣੀ ਕਬਰ ਤੋਂ ਉੱਠੇਗਾ। ਸਾਨੂੰ ਅੱਗੇ ਦੱਸਿਆ ਜਾਂਦਾ ਹੈ ਕਿ ਮਾਰਥਾ ਮੌਤ ਬਾਰੇ ਕੀ ਮੰਨਦੀ ਸੀ। ਯਹੂਨਾ 11 ਦੀ 24 ਔਰ 25 ਵਿੱਚ ਮਾਰਥਾ ਨੇ ਉਸਨੂੰ ਕਿਹਾ, ਮੈਂ ਜਾਣਦੀ ਹਾਂ ਕਿ ਉਹ ਫਿਰ ਜੀ ਉੱਠੇਗਾ ਆਖਰੀ ਦਿਨ ਪੁਨਰੁਥਾਨ ਦੇ ਵਿੱਚ। ਅਤੇ ਯੀਸ਼ੂ ਨੇ ਉਸਨੂੰ ਕਿਹਾ, ਮੈਂ ਪੁਨਰੁਥਾਨ ਅਤੇ ਜੀਵਨ ਹਾਂ। ਜਿਹੜਾ ਵਿਅਕਤੀ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਹਾਲਾਂਕਿ ਜਦੋਂ ਉਹ ਮਰ ਵੀ ਜਾਂਦਾ ਹੈ ਤਾਂ ਉਹ ਜੀਵੇਗਾ। ਮਾਰਥਾ, ਜਿਸਨੇ ਸਿੱਧੇ ਤੌਰ ਤੇ ਯੀਸ਼ੂ ਨੂੰ ਆਪਣਾ ਸਿੱਖਿਆ ਪ੍ਰਾਪਤ ਕੀਤੀ ਸੀ ਕਿ ਲਾਜ਼ਰ ਯੀਸ਼ੂ ਦੇ ਦੂਜੇ ਆਗਮਨ ਤੇ ਜ਼ਿੰਦਾ ਹੋ ਜਾਵੇਗਾ, ਉਹ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। ਜਦੋਂ ਮਸੀਹ ਕਬਰ ਦੇ ਨੇੜੇ ਗਿਆ, ਉਸਨੇ ਕਿਹਾ, ਲਾਜ਼ਰ ਬਾਹਰ ਆ, ਅਤੇ ਯੀਸ਼ੂ ਦੇ ਹੁਕਮ ਉੱਤੇ ਲਾਜ਼ਰ ਜਾਗ ਪਿਆ ਤੇ ਆਪਣੀ ਕਬਰ ਵਿੱਚੋਂ ਜਿੰਦਾ ਬਾਹਰ ਆਇਆ। ਚਲੋ ਇਸ ਦ੍ਰਿਸ਼ ਦੀ ਲੋਕਪ੍ਰਿਯ ਵਿਸ਼ਵਾਸ ਨਾਲ ਕਲਪਨਾ ਕਰੀਏ ਕਿ ਇੱਕ ਵਾਰ ਤੁਹਾਡੀ ਮੌਤ ਹੋ ਜਾਣ ਤੇ ਤੁਸੀਂ ਸਿੱਧੇ ਸਵਰਗ ਨੂੰ ਚਲੇ ਜਾਓ। ਕਬਰਸਤਾਨ ਤੇ ਯੀਸ਼ੂ ਨੇ ਸਵਰਗ ਵੱਲ ਵੇਖਦਿਆਂ ਹੋਇਆਂ ਕਿਹਾ, ਲਾਜ਼ਰ ਹੇਠਾਂ ਆ ਜਾਓ, ਹੁਣ ਮੈਂ ਤੁਹਾਨੂੰ ਕੁਝ ਦੱਸਾਂਗਾ। ਹੁਣ ਜੇ ਮੈਂ ਲਾਜ਼ਰ ਹੁੰਦੀ ਅਤੇ ਮੈਂ ਸਵਰਗ ਦੇ ਵਿੱਚ 3-4 ਦਿਨ ਤੋਂ ਰਹਿ ਰਹੀ ਹੁੰਦੀ ਅਤੇ ਯੀਸ਼ੂ ਮੈਨੂੰ ਆਦੇਸ਼ ਦਿੰਦੇ ਕਿ ਥੱਲੇ ਆ ਜਾਓ, ਮੈਂ ਤੁਰੰਤ ਜਵਾਬ ਦਿੰਦੀ, ਨਹੀਂ ਪ੍ਰਭੂ ਨਹੀਂ, ਮੈਨੂੰ ਇੱਥੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਤੇ ਮੈਂ ਸੱਚਮੁੱਚ ਧਰਤੀ ਤੇ ਵਾਪਸ ਨਹੀਂ ਆਉਣਾ ਚਾਹੁੰਦੀ। ਕਿ ਤੁਸੀਂ ਵੀ ਇਹ ਨਹੀਂ ਕਿਹਾ ਹੁੰਦਾ? ਜਿਹੜੇ ਲੋਕ ਵਿਸ਼ਵਾਸ ਰੱਖਦੇ ਹਨ ਕਿ ਇਹ ਸੱਚ ਹੈ, ਤਾਂ ਲਾਜ਼ਰ ਨੂੰ ਤਾਂ ਬਾਈਬਲ ਦੇ ਵਿੱਚ ਇੱਕ ਪੂਰੀ ਕਿਤਾਬ ਲਿਖ ਦੇਣੀ ਚਾਹੀਦੀ ਸੀ, ਉਸਦੇ ਗੌਰਵ ਬਾਰੇ ਜੋ ਉਸਨੇ ਸਵਰਗ ਵਿੱਚ ਵੇਖਿਆ ਸੀ, ਜਾਂ ਉਸ ਦਿਨ ਦੀ ਸ਼ਾਨੋ ਸ਼ੌਕਤ ਬਾਰੇ। ਉਸਨੂੰ 1 ਲੱਖ ਸਵਾਲ ਪੁੱਛੇ ਹੋਣੇ ਲੋਕਾਂ ਨੇ ਕਿ ਸਵਰਗ ਦੇ ਵਿੱਚ ਕੀ ਹੈ, ਸਵਰਗ ਦੇ ਬਾਰੇ। ਪਰ ਇੱਥੇ ਇਸ ਦੇ ਵਿੱਚ ਕੋਈ ਵੀ ਰਿਕਾਰਡ ਨਹੀਂ ਦਿੱਤਾ ਗਿਆ ਬਾਈਬਲ ਦੇ ਵਿੱਚ ਕਿ ਉੱਥੇ ਇਹ ਨਹੀਂ ਹੋ ਸਕਿਆ। ਲਾਜ਼ਰ ਸਾਰੀ ਉਮਰ ਕਬਰ ਵਿੱਚ ਸੁੱਤਾ ਪਿਆ ਸੀ, ਬਿਲਕੁਲ ਜਿਵੇਂ ਯੀਸ਼ੂ ਨੇ ਕਿਹਾ ਸੀ। ਬਾਈਬਲ ਦੱਸਦੀ ਹੈ ਕਿ ਸਵਰਗ ਵਿੱਚ ਹੰਝੂ ਨਹੀਂ ਹਨ ਅਤੇ ਖੁਸ਼ੀਆਂ ਆਨੰਦ ਹਨ। ਲੋਕ ਕਹਿੰਦੇ ਹਨ ਕਿ ਮੈਂ ਸਵਰਗ ਵਿੱਚ ਆਪਣੀ ਮਾਂ ਬਾਰੇ ਸੋਚਣਾ ਪਸੰਦ ਕਰਦਾ ਹਾਂ ਕਿ ਜਿਵੇਂ ਉਹ ਮੈਨੂੰ ਵੇਖਦੀ ਹੋਵੇਗੀ। ਪਰ ਤੁਸੀਂ ਇਹ ਸੋਚਦੇ ਹੋ ਕਿ ਜਦੋਂ ਉਹ ਦੇਖਦੀ ਹੋਵੇਗੀ ਤੁਹਾਡੇ ਪਤੀ ਨੂੰ, ਜਿਹੜਾ ਕਿ ਉਹ ਤੁਹਾਨੂੰ ਗਾਲਾਂ ਕੱਢਦਾ ਹੈ ਜਾਂ ਜਿਹਨੇ ਤੁਹਾਡੇ ਨਾਲ ਬੁਰਾ ਕੀਤਾ ਹੈ, ਅਤੇ ਤੁਹਾਡੀ ਉਹ ਮਾਂ ਜਿਹੜੀ ਸਵਰਗ ਦੇ ਵਿੱਚ ਉਸ ਦੁਰਵਿਵਹਾਰ ਨੂੰ ਵੇਖ ਰਹੀ ਹੈ। ਜੇ ਸਵਰਗ ਦੇ ਵਿੱਚ ਇੱਕ ਮਾਂ ਹੈ ਤਾਂ ਉਹ ਜਿਹੜੀ ਦੇਖ ਰਹੀ ਹੈ ਕਿ ਉਸਦਾ ਬੇਟਾ ਕਿਵੇਂ ਨਸ਼ਿਆਂ ਦੇ ਵਿੱਚ ਪਿਆ ਹੋਇਆ ਹੈ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ, ਕਿ ਸਵਰਗ ਵਿਚਲੀਆਂ ਮਾਵਾਂ ਇਹ ਸਭ ਦੁੱਖ ਸਹਿ ਰਹੀਆਂ ਹਨ?
ਧਰਤੀ ਉੱਤੇ ਜੋ ਉਹਨਾਂ ਦੇ ਬੱਚਿਆਂ ਵਿੱਚ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਰੱਬ ਬਹੁਤ ਦਿਆਲੂ ਪਰਮੇਸ਼ਵਰ ਹੈ। ਸਾਨੂੰ ਅਯੂਬ 14:21 ਵਿੱਚ ਦੱਸਿਆ ਗਿਆ ਹੈ ਕਿ ਉਸਦੇ ਪੁੱਤਰ ਸਤਿਕਾਰ ਕਰਦੇ ਹਨ ਪਰ ਇਹ ਉਸਨੂੰ ਨਹੀਂ ਜਾਣਦਾ। ਉਸਦੇ ਪੁੱਤਰ ਨੀਵੇਂ ਲਿਆਏ ਜਾਂਦੇ ਹਨ ਪਰ ਉਹ ਉਸ ਵੱਲ ਨਹੀਂ ਵੇਖਦਾ। ਅਤੇ ਜ਼ਬੂਰਾਂ ਦੀ ਪੋਥੀ 115:17 ਵਿੱਚ ਲਿਖਿਆ ਹੈ ਕਿ ਮੁਰਦਾ ਲੋਕ ਪਰਮੇਸ਼ਵਰ ਦੀ ਸਤੁਤੀ ਨਹੀਂ ਕਰਦੇ ਅਤੇ ਨਾ ਹੀ ਉਹ ਜਿਹੜੇ ਕਿ ਹਮੇਸ਼ਾ ਦੀ ਚੁੱਪੀ ਵਿੱਚ ਸੋ ਚੁੱਕੇ ਹਨ, ਕਿਉਂਕਿ ਜੇ ਉਹ ਸਵਰਗ ਵਿੱਚ ਹੁੰਦੇ ਉਹ ਉੱਥੇ ਪਰਮੇਸ਼ਵਰ ਦੀ ਆਰਾਧਨਾ ਅਤੇ ਉਸਤਤ ਕਰ ਰਹੇ ਹੁੰਦੇ। ਬਾਈਬਲ ਵਿੱਚ ਆਤਮਾ ਸ਼ਬਦ ਦਾ ਪ੍ਰਯੋਗ 1600 ਵਾਰ ਕੀਤਾ ਗਿਆ ਹੈ ਪਰ ਕਦੇ ਵੀ ਅਮਰ ਆਤਮਾ ਦੀ ਵਰਤੋਂ ਨਹੀਂ ਕੀਤੀ ਗਈ। ਇਹ ਮੌਤ ਨੂੰ ਹਮੇਸ਼ਾ ਨੀਂਦ ਵਜੋਂ ਹੀ ਦਰਸਾਉਂਦਾ ਹੈ। ਇਸ ਬਾਰੇ ਸੋਚੋ, ਉਹ ਲੋਕ ਜਿਨ੍ਹਾਂ ਦੀ ਸਰਜਰੀ ਅਕਸਰ ਹੁੰਦੀ ਹਨ ਤੇ ਇਸਦੇ ਜਦੋਂ ਉਹਨਾਂ ਉੱਤੇ ਐਨਸਥੀਸੀਆ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਚੱਕਰ ਆਉਂਦੇ ਹਨ। ਉਹ ਇਸ ਚੀਜ਼ ਦਾ ਤਜਰਬਾ ਕਰਦੇ ਹਨ। ਮਰੀਜ਼ ਦੇ ਜਾਗਣ ਤੋਂ ਪਹਿਲਾਂ ਕਈ ਘੰਟੇ ਲੰਘ ਸਕਦੇ ਹਨ। ਕਈ ਵਾਰ ਉਹ ਇਸ ਧੁੰਦ ਦੇ ਵਿੱਚ ਜਾਂ ਦਰਦ ਮਹਿਸੂਸ ਕਰਦੇ ਹਨ ਅਤੇ ਹੈਰਾਨ ਵੀ ਹੁੰਦੇ ਹਨ ਕਿ ਇਹ ਕੀ ਹੋਇਆ। ਫਿਰ ਉਹ ਪਛਾਣਦਾ ਹੈ ਕਿ ਉਹ ਰਿਕਵਰੀ ਰੂਮ ਦੇ ਵਿੱਚ ਹੈ। ਜਿਵੇਂ ਕਿ ਉਹ ਆਪਣੇ ਮਨ ਨੂੰ ਦੁਹਰਾਉਂਦਾ ਹੈ ਤੇ ਉਸਨੂੰ ਅਹਿਸਾਸ ਹੁੰਦਾ ਹੈ ਕਿ ਕਾਫੀ ਸਮਾਂ ਲੰਘ ਗਿਆ ਹੈ ਉਸਦੇ ਚੱਕਰ ਆਉਣ ਵਾਲੇ ਸਮੇਂ ਦੇ ਔਰ ਦਰਦ ਦੇ ਵਿਚਕਾਰ। ਇਵੇਂ ਵਾਪਰਦਾ ਹੈ ਕਿ ਜਿਵੇਂ ਦਰਦ ਚੱਕਰ ਆਉਣ ਤੋਂ ਬਾਅਦ ਬਿਲਕੁਲ ਉਸੇ ਵਕਤ ਹੋ ਰਿਹਾ ਸੀ, ਪਰ ਉਹ ਵਿਅਕਤੀ ਸੋ ਰਿਹਾ ਸੀ ਤੇ ਅਣਜਾਣ ਸੀ ਕਿ ਕਿੰਨਾ ਸਮਾਂ ਲੰਘਿਆ। ਇਹ ਦਰਸਾਉਂਦਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਕਿਉਂਕਿ ਉਹ ਲੋਕਾਂ ਨੂੰ ਅਹਿਸਾਸ ਹੀ ਨਹੀਂ ਹੋਵੇਗਾ ਕਿ ਉਹ ਮਰ ਗਏ ਸਨ, ਪਰ ਉਹ ਅਗਲੇ ਪਲ ਜਾਣਦੇ ਹੋਣਗੇ ਜੇ ਉਹ ਜਾਗਦੇ ਹੋਣਗੇ ਅਤੇ ਯੀਸ਼ੂ ਦੇ ਨਾਲ ਬਦਲਾਂ ਦੇ ਵਿੱਚ ਹੋਣਗੇ। ਹੁਣ ਸਲੀਬ ਦੇ ਉੱਤੇ ਚੋਰ ਬਾਰੇ ਉਹ ਕੀ ਹੈ ਕਿ ਯੀਸ਼ੂ ਨੇ ਸਵਰਗ ਜਾਣ ਦੀ ਗੱਲ ਨਹੀਂ ਕਹੀ ਸੀ। ਲੂਕਾ 23:42 ਅਤੇ 43 ਵਿੱਚ ਤਦ ਉਸਨੇ ਯੀਸ਼ੂ ਨੂੰ ਕਿਹਾ, ਹੇ ਪ੍ਰਭੂ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓਗੇ ਤਾਂ ਮੈਨੂੰ ਯਾਦ ਰੱਖੋ। ਅਤੇ ਯੀਸ਼ੂ ਨੇ ਉਸਨੂੰ ਕਿਹਾ, ਯਕੀਨਨ ਮੈਂ ਤੈਨੂੰ ਅੱਜ ਕਹਿੰਦਾ ਹਾਂ ਕਿ ਤੂੰ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ। ਯੀਸ਼ੂ ਨੇ ਮਰਨ ਵਾਲੇ ਚੋਰ ਨਾਲ ਵਾਅਦਾ ਨਹੀਂ ਕੀਤਾ ਕਿ ਉਹ ਉਸੇ ਦਿਨ ਸਵਰਗ ਵਿੱਚ ਉਸਦੇ ਨਾਲ ਹੋਵੇਗਾ। ਯੀਸ਼ੂ ਖੁਦ ਵੀ ਉਸ ਦਿਨ ਸਵਰਗਲੋਕ ਨਹੀਂ ਗਿਆ। ਯਾਦ ਰੱਖੋ ਕਿ ਮੌਤ ਵਿੱਚ ਉਹ ਕਬਰ ਵਿੱਚ ਸੁੱਤਾ ਸੀ ਅਤੇ ਪੁਨਰੁੱਥਾਨ ਦੀ ਸਵੇਰ ਨੂੰ ਯੀਸ਼ੂ ਨੇ ਯਹੂਨਾ 20:17 ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ, ਮੈਂ ਅਜੇ ਆਪਣੇ ਪਿਤਾ ਦੇ ਕੋਲ ਨਹੀਂ ਗਿਆ। ਤਾਂ ਫਿਰ ਅਸੀਂ ਕਿਵੇਂ ਸਮਝ ਸਕਦੇ ਹਾਂ ਕਿ ਯੀਸ਼ੂ ਨੇ ਚੋਰ ਨੂੰ ਕੀ ਕਿਹਾ ਸੀ? ਮਸੀਹ ਨੇ ਉਸ ਦਿਨ ਚੋਰ ਨੂੰ ਕੀ ਕਿਹਾ ਸੀ? ਉਸਨੇ ਕਿਹਾ ਸੀ ਕਿ ਸਲੀਬ ਦੇ ਦਿਨ ਉਸਨੇ ਸਪਸ਼ਟ ਹਾਰ ਤੇ ਹਨੇਰੇ ਦੇ ਦਿਨ ਜਦੋਂ ਸਭ ਘੁੰਮਦੇ ਜਾਪਦੇ ਸਨ ਇਹ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਸਵਰਗ ਵਿੱਚ ਹੋਵੋਗੇ ਤੇ ਇਹ ਵਾਅਦਾ ਉਸ ਨਾਲ ਕੀਤਾ ਗਿਆ ਸੀ। ਚੋਰ ਸਦੀਵੀ ਜੀਵਨ ਦੇ ਭਰੋਸੇ ਨਾਲ ਮਰ ਗਿਆ। ਰੱਬ ਦੇ ਕਿਸੇ ਹੋਰ ਬੱਚੇ ਵਾਂਗ ਉਹ ਮਹਾਨ ਪੁਨਰੁੱਥਾਨ ਦੀ ਸਵੇਰ ਨੂੰ ਉਭਾਰਿਆ ਜਾਵੇਗਾ ਮਸੀਹ ਦੇ ਦੂਜੇ ਆਗਮਨ ਤੇ। ਪੋਥੀ ਦੇ ਅਸਲ ਖਰੜਿਆਂ ਨੂੰ ਧਿਆਨ ਵਿੱਚ ਰੱਖੋ। ਯੂਨਾਨੀ ਭਾਸ਼ਾ ਵਿਰਾਮ ਚਿੰਨ੍ਹ ਤੋਂ ਬਗੈਰ ਸੀ ਅਤੇ ਸਦੀਆਂ ਬਾਅਦ ਰੱਖ ਦਿੱਤਾ ਗਿਆ ਸੀ। ਬਾਈਬਲ ਵਿੱਚ 2 ਥਾਂ ਹਨ ਕਿ ਅਸੀਂ ਇਸ ਸਮੇਂ ਵੇਖਾਂਗੇ ਜਿੱਥੇ ਕੌਮੇ ਗਲਤ ਤਰੀਕੇ ਦੇ ਨਾਲ ਬਦਲ ਦਿੱਤੇ ਗਏ ਹਨ, ਜਿਹਨੂੰ ਅਲਪ ਵਿਰਾਮ ਕਹਿੰਦੇ ਹਨ। ਪਹਿਲਾ ਉਹ ਪਾਠ ਹੈ ਜਿਹੜਾ ਕਿ ਅਸੀਂ ਹੁਣੀ ਪੜ੍ਹਿਆ ਲੂਕਾ 23:43 ਵਿੱਚ, ਮੈਂ ਤੁਹਾਨੂੰ ਅੱਜ ਕਹਿੰਦਾ ਹਾਂ ਤੁਸੀਂ ਮੇਰੇ ਨਾਲ ਅੱਜ ਸਵਰਗ ਵਿੱਚ ਹੋਵੋਗੇ। ਦੂਜੇ ਸਥਾਨ ਅਸੀਂ ਕੌਮਾ ਗੁੰਮ ਵੇਖਦੇ ਹਾਂ ਰਸੂਲ 19:12 ਵਿੱਚ। ਕਿੰਗ ਜੇਮਸ ਵਰਜਨ ਦੇ ਵਿੱਚ ਜਿਸ ਬਾਰੇ ਬਿਮਾਰ ਰੁਮਾਲਾਂ ਬਾਰੇ ਗੱਲ ਕਰਦਾ ਹੈ ਕਿ ਤਾਂ ਜੋ ਉਸਦੇ ਸਰੀਰ ਵਿੱਚੋਂ ਬਿਮਾਰ ਰੁਮਾਲਾਂ ਜਾਂ ਆਪਣਾ ਕੋਲ ਲਿਆਂਦੇ ਸਨ ਤੇ ਅਤੇ ਬਿਮਾਰੀ ਉਹਨਾਂ ਨੂੰ ਦੂਰ ਹੋ ਜਾਂਦੀ ਸੀ। ਠੀਕ ਹੈ, ਹੁਣ ਆਓ ਆਪਾਂ ਇੱਕ ਕੌਮਾ ਪਾ ਦਈਏ ਤਾਂ ਜਦੋਂ ਉਸਦੇ ਸਰੀਰ ਵਿੱਚ ਬਿਮਾਰਾਂ ਨੂੰ ਲਿਆਇਆ ਜਾਂਦਾ ਸੀ ਰੁਮਾਲ ਜਾਂ ਐਪਰਨ ਅਤੇ ਉਹਨਾਂ ਦੀ ਬਿਮਾਰੀਆਂ ਦੂਰ ਹੋ ਗਈਆਂ। ਕੌਮੇ ਨੇ ਸਾਰੇ ਅੰਤਰ ਬਣਾਏ। ਇਸ ਲਈ ਅਸੀਂ ਸਪਸ਼ਟ ਤੌਰ ਤੇ ਦੇਖ ਰਹੇ ਹਾਂ ਕਿ ਜੋ ਤੁਸੀਂ ਮਰ ਜਾਂਦੇ ਹੋ ਤੁਸੀਂ ਸੌਂਦੇ ਹੋ ਅਤੇ ਪੁਨਰੁੱਥਾਨ ਦੀ ਉਡੀਕ ਕਰਦੇ ਹੋ। ਸੋ ਜੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹੈ, ਫਿਰ ਦੂਜੇ ਆਗਮਨ ਤੇ ਆਉਣ ਤੋਂ ਪਹਿਲਾਂ ਅਮਰਤਾ ਅਨੰਤ ਇੱਕ ਮੁੱਖ ਝੂਠ ਹੈ। ਕੇਵਲ ਪਰਮਾਤਮਾ ਹੀ ਅਨੰਤ ਹੈ। ਸ਼ੈਤਾਨ ਕਿਉਂ ਚਾਹੁੰਦਾ ਹੈ ਕਿ ਅਸੀਂ ਵਿਸ਼ਵਾਸ ਕਰੀਏ ਕਿ ਅਸੀਂ ਨਹੀਂ ਮਰੇ? ਇਸ ਦੀ ਸ਼ੁਰੂਆਤ ਅਦਨ ਦੇ ਬਾਗ ਵਿੱਚ ਹੀ ਪਹਿਲੇ ਝੂਠ ਨਾਲ ਹੋਈ ਅਤੇ ਮਨੁੱਖ ਜਾਤੀ ਅਜੇ ਵੀ ਇਸ ਤੇ ਵਿਸ਼ਵਾਸ ਕਰ ਰਹੀ ਹੈ। ਹਜ਼ਾਰਾਂ ਸਾਲਾਂ ਬਾਅਦ ਵੀ ਉਸਦੇ ਦੁਸ਼ਟ ਦੂਤ ਸਾਡੇ ਮਰੇ ਹੋਏ ਅਜ਼ੀਜ਼ਾਂ ਦੇ ਰੂਪ ਵਿੱਚ ਮੁਖੌਟਾ ਕਰ ਸਕਦੇ ਹਨ। ਉਹ ਸਾਡੇ ਲਈ ਕਬਰਾਂ ਤੋਂ ਪਰੇ ਸੁਨੇਹੇ ਲੈ ਕੇ ਆ ਸਕਦੇ ਹਨ। ਉਹ ਸਾਨੂੰ ਸ਼ੈਤਾਨ ਦੇ ਝੂਠਾਂ ਨੂੰ ਸਵੀਕਾਰ ਕਰਨ ਲਈ ਗੁੰਮਰਾਹ ਕਰ ਸਕਦੇ ਹਨ। ਸ਼ੈਤਾਨ ਦੇ ਪਹਿਲੇ ਝੂਠ ਜੋ ਸੀ ਉਸ ਤੋਂ ਤਾਂ ਕਿ ਉਹ ਨਾ ਟਿਕਣ। ਸ਼ੈਤਾਨ ਕਿਉਂ ਲੋਕਾਂ ਨੂੰ ਵਿਸ਼ਵਾਸ ਕਰਵਾਉਣਾ ਚਾਹੁੰਦਾ ਹੈ ਕਿ ਮਰੇ ਹੋਏ ਲੋਕ ਜ਼ਿੰਦਾ ਹਨ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ? ਇਸ ਲਈ ਉਸਦੇ ਡਿੱਗੇ ਹੋਏ ਦੂਤ ਮਰੇ ਹੋਏ ਲੋਕਾਂ ਦੀ ਆਤਮਾ ਬਣ ਜਾਂਦੇ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਧੋਖਾ ਦਿੰਦੇ ਹਨ ਤੇ ਉਹਨਾਂ ਨੂੰ ਗੁੰਮਰਾਹ ਕਰਦੇ ਹਨ।
ਇਹ ਇੱਕ ਤਰ੍ਹਾਂ ਇੱਕ ਚੈਨਲ ਹੈ ਜਿਸ ਨੂੰ ਉਹ ਬਹੁਤ ਸਾਰੇ ਪਵਿੱਤਰ ਲੋਕ ਮੰਨਦੇ ਹਨ। ਇੱਕ ਚੈਨਲ ਜਿਸ ਦੇ ਦੁਆਰਾ ਸ਼ੈਤਾਨ ਰੂਹਾਂ ਨੂੰ ਬੰਨ੍ਹਦਾ ਹੈ, ਆਵਾਜ਼ਾਂ ਬੋਲਦੀਆਂ ਹਨ ਅਤੇ ਇੱਕ ਜਾਦੂ ਕਰਨ ਦੀ ਸ਼ਕਤੀ ਮਨੁੱਖ ਵਿੱਚ ਪ੍ਰਵੇਸ਼ ਕਰਦੀ ਹੈ। ਇਹ ਅਧਿਆਤਮਵਾਦ ਹੈ। ਇਹ ਔਜ਼ੂਜਾ ਬੋਰਡਾਂ ਨਾਲ ਜੁੜ ਕੇ ਆਸਾਨੀ ਨਾਲ ਸ਼ੁਰੂ ਹੋ ਸਕਦਾ ਹੈ, ਜਿਵੇਂ ਕਿ ਜਾਦੂ ਕਿਵੇਂ ਕਿਸੇ ਉੱਤੇ ਕਰਨਾ ਹੈ ਜਾਂ ਅਸੀਂ ਡਾਇਨਾ ਕਿਵੇਂ ਬਣ ਸਕਦੀਆਂ ਹਨ, ਪਰ ਬਾਅਦ ਵਿੱਚ ਕੋਈ ਵੀ ਬਚ ਨਿਕਲਦਾ ਜਾਪਦਾ ਹੈ। ਉਹ ਸਥਿਤੀ ਜੋ ਮਨੁੱਖਾਂ ਦੇ ਵਿਸ਼ਵਾਸ ਦਾ, ਜਿਸ ਵਿੱਚ ਕੋਈ ਵੀ ਨਤੀਜਾ ਨਹੀਂ ਹੈ, ਸ਼ੈਤਾਨ ਦੇ ਸਭ ਤੋਂ ਸਫਲ ਧੋਖੇ ਵਿੱਚੋਂ ਇੱਕ ਹੈ। ਉਹ ਜਾਣਦਾ ਹੈ ਕਿ ਸੱਚਾਈ ਨੂੰ ਉਸਦੇ ਪਿਆਰ ਵਿੱਚ ਪ੍ਰਾਪਤ ਹੋਇਆ ਇੱਕ ਰੂਹ ਨੂੰ ਉਹ ਇਸ ਤਰ੍ਹਾਂ ਦਿਖਾਉਂਦਾ ਹੈ ਕਿ ਜਿਵੇਂ ਕਿ ਉਹ ਉਸਨੂੰ ਪਵਿੱਤਰ ਕਰਦਾ ਹੈ। ਉਹ ਇਸ ਲਈ ਉਸਦੀ ਨਿਰੰਤਰ ਭਾਲ ਦੇ ਵਿੱਚ ਹੈ, ਝੂਠੇ ਸਿਧਾਂਤ ਕਥਾਵਾਂ ਨੂੰ ਬਦਲਣ ਲਈ ਅਤੇ ਇੱਕ ਹੋਰ ਖੁਸ਼ਖਬਰੀ ਦੇਣ ਦੇ ਲਈ ਅਜਿਹੇ ਲੋਕਾਂ ਦੀ ਭਾਲ 'ਚ ਹੈ। ਮੇਰਾ ਸਹਿਯੋਗੀ ਸੂ ਅਤੇ ਮੈਂ ਇੱਕ ਦਿਨ ਪਾਮ ਸਪ੍ਰਿੰਗ ਤੋਂ ਡੈਨਵਰ ਤੱਕ ਦੇ ਲਈ ਜਲਦੀ ਸਵੇਰੇ ਉਡਾਨ ਦੇ ਵਿੱਚ ਸੀ ਤੇ ਇੱਕ ਬਹੁਤ ਛੋਟਾ ਜਹਾਜ਼ ਸੀ ਤੇ ਮੈਂ ਬੈਠ ਗਈ ਅਤੇ ਇੱਕ ਬਹੁਤ ਹੀ ਮਸ਼ਹੂਰ ਵਪਾਰੀ ਦੇ ਅੱਗੇ ਸੀਟ ਤੇ ਉਸਨੇ ਇੱਕ ਪਿਆਰੇ ਅੰਗਰੇਜ਼ੀ ਲਹਿਜੇ ਦੇ ਨਾਲ ਆਪਣੇ ਆਪ ਨੂੰ ਨਿਕ ਨਾਂ ਦੇ ਵਿਅਕਤੀ ਦੇ ਨਾਲ ਪੇਸ਼ ਕੀਤਾ। ਉਸਨੇ ਸਾਂਝਾ ਕੀਤਾ ਕਿ ਉਹ ਕੋਲੋਰਾਡੋ ਵਿੱਚ ਆਪਣੇ ਇੱਕ ਘਰ ਲਈ ਉਡਾਨ ਭਰ ਰਿਹਾ ਹੈ, ਇੱਕ ਪ੍ਰਸਿੱਧ ਸਕਾਈ ਰਿਜ਼ੋਰਟ ਤੇ। ਕੁਝ ਖੁਸ਼ੀ ਦਾ ਆਦਾਨ ਪ੍ਰਦਾਨ ਕਰਨ ਤੋਂ ਬਾਅਦ ਮੈਂ ਬਸ ਟਿੱਪਣੀ ਕੀਤੀ, ਰੱਬ ਤੁਹਾਨੂੰ ਆਸੀਸ ਦੇਵੇ। ਉਸਨੇ ਜਵਾਬ ਦਿੱਤਾ, ਨਹੀਂ, ਇਹ ਆਸੀਸ ਦੇਵੀ ਨੇ ਦਿੱਤੀ ਹੈ ਅਤੇ ਉਸਦਾ ਸਾਰਾ ਸਰੀਰ ਗਮਲਾਇਆ। ਅੱਗੇ 2 ਘੰਟੇ ਦੇ ਅਨੁਕੂਲ ਬਾਅਦ ਸਪਸ਼ਟ ਗੱਲਬਾਤ ਹੋਈ। ਮੈਨੂੰ ਉਸ ਵੇਲੇ ਪਤਾ ਲੱਗਾ ਤੇ ਮੈਂ ਉਦੋਂ ਇਸਨੂੰ ਪ੍ਰਾਰਥਨਾ ਕਰਨ ਦੀ ਮੈਨੂੰ ਇਸ ਲਈ ਜ਼ਰੂਰਤ ਹੈ। ਮੇਰੇ ਸਵਰਗੀ ਪਿਤਾ ਨੂੰ ਮੈਂ ਸਹੀ ਸ਼ਬਦਾਂ ਦੇ ਲਈ ਅਤੇ ਪ੍ਰਾਰਥਨਾ ਕੀਤੀ ਅਤੇ ਪਰਮਾਤਮਾ ਹਮੇਸ਼ਾ ਇਸ ਰਾਹੀਂ ਆਉਂਦਾ ਹੈ। ਨਿਕ ਨੇ ਆਪਣਾ ਜੀਵਨ ਦੇਵੀ ਪੂਜਾ ਦੇ ਲਈ ਸਮਰਪਿਤ ਕਰ ਦਿੱਤਾ ਸੀ। ਬਹੁਤ ਛੋਟੀ ਉਮਰ ਵਿੱਚ ਉਸਨੇ ਮੈਨੂੰ ਇੱਕ ਖਾਲੀ ਬਿੰਦੂ ਬਾਰੇ ਦੱਸਿਆ ਕਿ ਈਸਾਈ ਉਹ ਦੁਸ਼ਮਣ ਹਨ ਜੋ ਤੁਹਾਨੂੰ ਮੇਰਾ ਦੁਸ਼ਮਣ ਬਣਾਉਂਦੇ ਹਾਂ। ਅਸੀਂ ਵਿਰੋਧੀ ਪੱਖਾਂ ਉੱਤੇ ਹਾਂ ਕਿਉਂਕਿ ਮੈਂ ਦੇਵੀ ਦਾ ਸਿਪਾਹੀ ਹਾਂ। ਖੈਰ, ਮੈਂ ਉਸ ਵੱਲ ਮੁੜੀ ਤੇ ਮੈਂ ਕਿਹਾ, ਮੈਂ ਸਰਵ ਸ਼ਕਤੀਮਾਨ ਰੱਬ ਦੀ ਸਿਪਾਹੀ ਹਾਂ। ਇੱਕ ਪਲ ਲਈ ਉੱਥੇ ਥੋੜੀ ਜਿਹੀ ਰੁਕਾਵਟ ਸੀ। ਮੈਂ ਕਿਹਾ, ਨਿਕ, ਤੂੰ ਮੇਰਾ ਦੁਸ਼ਮਣ ਨਹੀਂ, ਸ਼ੈਤਾਨ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਯੁੱਧ ਕੌਣ ਜਿੱਤਦਾ ਹੈ। ਹੁਣ ਮੇਰੇ ਦੋਸਤ ਸੂ ਸਿਰਫ 2 ਕਤਾਰਾਂ ਦੂਰ ਸੀ ਅਤੇ ਉਸਨੇ ਮੇਰੇ ਤੇ ਨਿਕ ਦੀ ਗੱਲਬਾਤ ਬਾਰੇ ਉਸਨੇ ਕੁਝ ਸੁਣਿਆ ਕਿਉਂਕਿ ਸਵੇਰ ਦਾ ਸਮਾਂ ਸੀ ਅਤੇ ਜਹਾਜ਼ ਸ਼ਾਂਤ ਸੀ। ਨਿਕ ਅਤੇ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਉੱਥੇ ਅਤੇ ਉਹ ਪ੍ਰਾਰਥਨਾ ਕਰਨ ਲੱਗ ਪਈ। ਨਿਕ ਨੇ ਸਾਂਝਾ ਕਰਨਾ ਜਾਰੀ ਰੱਖਿਆ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦੀ ਸਿਖਲਾਈ ਲੈਂਦਾ ਰਿਹਾ ਹਾਂ ਈਸਾਈਆਂ ਨੂੰ ਖਤਮ ਕਰਨ ਦੇ ਲਈ। ਇਹ ਜਲਦੀ ਹੀ ਹੋਣ ਵਾਲੀ ਸਥਿਤੀ ਵਿੱਚ ਹੈ। ਕਈ ਸਾਲ ਪਹਿਲਾਂ ਦੇਵੀ ਨੇ ਮੈਨੂੰ ਕਦਮ ਦਰ ਕਦਮ ਨਿਰਦੇਸ਼ ਦਿੱਤੇ ਸਨ ਇਸ ਲੜਾਈ ਲਈ ਮੇਰੇ ਸੌਫਟਵੇਅਰ ਕੰਪਨੀ ਬਣਾਉਣ ਉੱਤੇ। ਉਸਨੇ ਮੈਨੂੰ ਬਹੁਤ ਅਮੀਰ ਅਤੇ ਸਫਲ ਬਣਾਇਆ ਹੈ। ਜਲਦੀ ਹੀ ਧਰਤੀ ਤੋਂ ਉੱਭਰ ਕੇ ਉੱਠੇਗੀ, ਉਸਨੇ ਜਾਰੀ ਰੱਖਿਆ, ਕਿਉਂਕਿ ਮੈਂ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿੱਤਾ ਹੈ। ਮੇਰੇ ਬਚਪਨ ਵਿੱਚ ਹੀ ਮੇਰੇ ਕੋਲ ਉਸਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਨਿਕ ਤੇ ਮੈਂ ਸੁਤੰਤਰਤਾ ਬਾਰੇ ਵਿਚਾਰ ਵਟਾਂਦਰਾ ਕਰਦੇ ਰਹੇ, ਮੌਤ ਤੋਂ ਬਾਅਦ ਕੀ ਹੁੰਦਾ ਹੈ ਅਤੇ ਸ਼ੈਤਾਨ ਦੇ ਫੈਸਲੇ ਬਾਰੇ ਕਿ ਉਸ ਨਾਲ ਕੀ ਹੋਵੇਗਾ। ਤੁਸੀਂ ਅਤੇ ਮੈਂ ਅੱਜ ਰਾਤ ਇੱਥੇ ਵਿਚਾਰ ਕਰ ਰਹੇ ਹਾਂ। ਜਿਵੇਂ ਮੈਂ ਇੱਕ ਪਿਆਰੇ ਸ਼ਕਤੀਸ਼ਾਲੀ ਨਿੱਜੀ ਪਰਮੇਸ਼ਵਰ ਬਾਰੇ ਆਪਣਾ ਵਿਚਾਰ ਸਾਂਝਾ ਕੀਤਾ ਜੋ ਮੇਰੀ ਰੱਖਿਆ ਕਰਦਾ ਹੈ ਅਤੇ ਉਸ ਨੂੰ ਪ੍ਰਦਾਨ ਕਰਦਾ ਹੈ, ਜਦਕਿ ਉਸਨੇ ਦੱਸਿਆ ਉਸਦੇ ਵਿਚਾਰ ਹਨ ਕਿ ਰੱਬ ਦਾ ਇੱਕ ਤਸੀਹੇ ਦੇਣ ਵਾਲੇ ਅਤੇ ਉਹ ਰੱਬ ਬਹੁਤ ਜ਼ਾਲਮ ਹੈ। ਉਸਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਟੁਕੜੇ ਮੇਰੇ ਨਾਲ ਸਾਂਝੇ ਕੀਤੇ ਜਿਸ ਵਿੱਚ ਉਸਦੇ ਮਰੇ ਹੋਏ ਪਰਿਵਾਰਕ ਮੈਂਬਰ ਕਿਵੇਂ ਸ਼ਾਮਿਲ ਹਨ, ਉਸਨੇ ਉਸ ਨਾਲ ਕਿਵੇਂ ਗੱਲ ਕਰਨੀ ਪ੍ਰਗਟ ਕੀਤੀ ਅਤੇ ਨਾਲੋਂ ਹੀ 3 ਵਾਧੂ ਅਰਜ਼ੀਆਂ ਕਿ ਕਿਵੇਂ ਉਸਨੇ ਭੂਤਾਂ ਨੂੰ ਬੁਲਾਇਆ ਜਿਹੜੇ ਉਸਨੂੰ ਸਤਾਉਂਦੇ ਹਨ। ਮੈਂ ਬਾਈਬਲ ਤੋਂ ਸਾਂਝਾ ਕੀਤਾ ਕਿ ਕਿਵੇਂ ਮਰੇ ਹੋਏ ਕੁਝ ਵੀ ਨਹੀਂ ਹਨ, ਦੁਸ਼ਟ ਦੂਤ ਕਿਸ ਤਰ੍ਹਾਂ ਛਾਪਦੇ ਹਨ ਅਤੇ ਸਾਨੂੰ ਤੰਗ ਕਰਦੇ ਹਨ। ਮੈਂ ਨਿਕ ਨੂੰ ਦੱਸਿਆ ਕਿ ਸਿਰਫ ਪਰਮਾਤਮਾ ਹੀ ਤੁਹਾਨੂੰ ਇਹਨਾਂ ਭੂਤਾਂ ਤੋਂ ਮੁਕਤ ਕਰ ਸਕਦਾ ਹੈ। ਮੈਂ ਤੁਹਾਨੂੰ ਤੁਹਾਡੇ ਗੋਡਿਆਂ ਤੇ ਡਿੱਗਣ ਲਈ ਬੇਨਤੀ ਕਰਦੀ ਹਾਂ ਅਤੇ ਪਰਮਾਤਮਾ ਨੂੰ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਕਹਿੰਦੀ ਹਾਂ, ਕਿਉਂਕਿ ਜੋ ਤੁਸੀਂ ਉਹ ਕਰੋਗੇ, ਕਿਉਂਕਿ ਤੁਸੀਂ ਜਾਣੋਗੇ ਕਿ ਉਹੀ ਅਸਲ ਹੈ ਪਰਮੇਸ਼ਵਰ ਜੋ ਤੁਹਾਡੀ ਪਰਵਾਹ ਕਰਦਾ ਹੈ। ਨਿਕ, ਬਸ ਇੱਕ ਵਾਰ ਰੱਬ ਨੂੰ ਚੱਖ ਕੇ ਦੇਖੋ। ਨਿਕ ਨੇ ਕਿਹਾ, ਮੈਂ ਆਪਣੀ ਪੂਰੀ ਜ਼ਿੰਦਗੀ ਦੀ ਸਿਖਲਾਈ ਲੈ ਰਿਹਾ ਹਾਂ ਈਸਾਈਆਂ ਨੂੰ ਖਤਮ ਕਰਨ ਲਈ ਔਰ ਇਹ ਜਲਦੀ ਹੀ ਹੋਣ ਦੀ ਸਥਿਤੀ ਵਿੱਚ ਹੈ। ਦੇਵੀ ਜਲਦੀ ਹੀ ਇਸ ਧਰਤੀ ਤੋਂ ਉੱਭਰ ਕੇ ਉੱਠੇਗੀ। ਮੈਂ ਜਵਾਬ ਦਿੱਤਾ, ਹਾਂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਬਾਈਬਲ ਦੀ ਭਵਿੱਖਬਾਣੀ ਸਾਨੂੰ ਦੱਸਦੀ ਹੈ ਉਹਨਾਂ ਵਿੱਚੋਂ ਜੋ ਬਾਈਬਲ ਦੀ ਸੱਚਾਈ ਦੇ ਲਈ ਖੜੇ ਹਨ, ਯਿਸੂ ਦੇ ਵਾਪਸ ਆਉਣ ਤੋਂ ਪਹਿਲਾਂ ਉਹਨਾਂ ਨੂੰ ਸਤਾਇਆ ਜਾਵੇਗਾ ਉਹਨਾਂ ਦੇ ਦੂਸਰੇ ਆਗਮਨ ਤੇ। ਵਿਸ਼ਵਾਸੀ ਸਵਰਗ ਵਿੱਚ ਅਦਨ ਸਦੀਵੀ ਜੀਵਨ ਲਈ ਅਦਨ ਵਾਪਸ ਜਾਣਗੇ। ਮੈਂ ਉਸ ਵੱਲ ਮੁੜੀ ਤੇ ਉਸਨੂੰ ਕਿਹਾ, ਸੋ ਨਿਕ, ਤੇਰਾ ਅੰਤ ਕੀ ਹੈ? ਉਹ ਚੁੱਪ ਹੋ ਗਿਆ, ਹੈਰਾਨ ਹੋ ਗਿਆ ਤੇ ਆਖਿਰਕਾਰ ਬੋਲਿਆ, ਮੈਂ ਇਮਾਨਦਾਰੀ ਨਾਲ ਇਸ ਬਾਰੇ ਕਦੇ ਨਹੀਂ ਸੋਚਿਆ, ਨਾ ਹੀ ਦੇਵੀ ਨੇ ਮੇਰੇ ਲਈ ਕੋਈ ਅੰਤ ਵਾਲੀ ਖੇਡ ਪ੍ਰਗਟ ਕੀਤੀ ਹੈ। ਮੈਨੂੰ ਉਸ ਤੋਂ ਪੁੱਛਣਾ ਪਏਗਾ। ਨਿਕ ਦੀ
ਤੇਜ਼ੀ ਨਾਲ ਦਿਲਚਸਪੀ ਹੋ ਰਹੀ ਸੀ, ਜਿਸਨੇ ਉਸਨੂੰ ਇੱਕ ਗਰਮ ਚਮਕ ਦੱਸਿਆ ਕਿ ਉਸਨੇ ਮੇਰੇ ਦੁਆਲੇ ਵੇਖਿਆ। ਉਸਨੇ ਕਿਹਾ, ਮੈਂ ਨਹੀਂ ਸਮਝ ਰਿਹਾ, ਤੁਸੀਂ ਆਪਣੇ ਅੰਦਰੋਂ ਰੋਸ਼ਨੀ ਅਤੇ ਤਾਕਤ ਕਿਵੇਂ ਕੱਢ ਰਹੇ ਹੋ? ਮੈਂ ਉਸਨੂੰ ਅੱਖਾਂ ਵਿੱਚ ਵੇਖਿਆ ਤੇ ਮੈਂ ਮੁਸਕਰਾਇਆ ਤੇ ਮੈਂ ਕਿਹਾ, ਨਿਕ, ਉਹ ਯੀਸ਼ੂ ਹੈ ਤੇ ਤੁਸੀਂ ਉਸ ਨੂੰ ਵੀ ਲੈ ਸਕਦੇ ਹੋ। ਦੋਸਤੋ, ਅਸੀਂ ਕੇਂਦਰ ਵਿੱਚ ਹਾਂ, ਮਹਾਨ ਵਿਵਾਦ ਲੜਾਈ ਦੇ ਕੇਂਦਰ ਵਿੱਚ। ਇਸ ਧਰਤੀ ਤੇ ਥੋੜਾ ਸਮਾਂ ਬਚਿਆ ਹੈ, ਇੱਥੋਂ ਤੱਕ ਸ਼ੈਤਾਨ ਦੇ ਉਪਾਸਕ, ਸ਼ੈਤਾਨ ਦੇ ਡਿੱਗੇ ਹੋਏ ਦੂਤ ਵਜੋਂ ਪ੍ਰਗਟ ਹੋਏ ਆਤਮਾ ਦੀ ਦੁਨੀਆ ਤੋਂ, ਹੋਰ ਸ਼ਬਦਾਂ ਵਿੱਚ ਦੁਸ਼ਟ ਦੂਤ ਮਰੇ ਹੋਏ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਨਕਲ ਕਰਦੇ ਹਨ ਤੇ ਉਹਨਾਂ ਦੇ ਰੂਪ ਵਿੱਚ ਆਉਂਦੇ ਹਨ ਗੱਲਬਾਤ ਕਰਨ ਦੇ ਲਈ, ਜੋ ਇੱਛੁਕ ਹਨ, ਅਜਿਹੀਆਂ ਚੀਜ਼ਾਂ ਲਈ ਖੁੱਲੇ ਹਨ, ਉਹਨਾਂ ਦੇ ਨਾਲ ਜੁੜਨ ਦਾ ਦਾਅਵਾ ਕਰਦੇ ਹਨ, ਮਰੇ ਹੋਏ ਲੋਕਾਂ ਨਾਲ ਸੰਚਾਰ ਵਿੱਚ ਰਹਿਣ ਦਾ। ਬੁਰਾਈ ਦਾ ਰਾਜਕੁਮਾਰ ਆਪਣੇ ਪ੍ਰਭਾਵਸ਼ਾਲੀ ਪ੍ਰਭਾਵ ਨੂੰ ਵਰਤਦਾ ਹੈ ਉਹਨਾਂ ਦੇ ਦਿਮਾਗਾਂ ਦੇ ਉੱਤੇ। ਸ਼ੈਤਾਨ ਕੋਲ ਮਨੁੱਖਾਂ ਅੱਗੇ ਲਿਆਉਣ ਦੀ ਤਾਕਤ ਹੈ, ਆਪਣੇ ਵਿਛੜੇ ਦੋਸਤਾਂ ਦੀ ਦਿੱਖ ਦੇ ਵਿੱਚ ਆ ਕੇ, ਨਕਲੀ ਸੰਪੂਰਨ ਬਣ ਕੇ, ਜਾਨੂ ਦਿਖ ਕੇ ਜਾਂ ਸ਼ਬਦ ਦੁਆਰਾ ਜਾਂ ਸੁਰ ਦੁਆਰਾ, ਸਾਰੇ ਬਿਲਕੁਲ ਵੱਖਰੇ ਤੌਰ ਤੇ ਦੁਬਾਰਾ ਤਿਆਰ ਕੀਤੇ ਜਾਂਦੇ ਹਨ ਅਤੇ ਉੱਥੇ ਇੱਕ ਦੁਸ਼ਟ ਆਤਮਾ ਦੀ ਇੱਕ ਸੰਪੂਰਨ ਉਦਾਹਰਨ ਹੈ ਪੋਥੀ ਵਿੱਚ ਇੱਕ ਨਬੀ ਦੀ ਬਿਲਕੁਲ ਸਮਾਨਤਾ ਨੂੰ ਨਕਲ ਕਰਨ ਦੀ। ਪਹਿਲਾ ਸੈਮੂਅਲ ਅਸੀਂ ਉਹਦੇ 28 ਅਧਿਆਇ ਵਿੱਚ ਪੜ੍ਹਦੇ ਹਾਂ, ਜਿਸ ਵਿੱਚ ਇੱਕ ਕਹਾਣੀ ਦੱਸੀ ਜਾਂਦੀ ਹੈ। ਉਸ ਵਿੱਚ ਇੱਕ ਔਰਤ ਸੀ ਜਿਸ ਬਾਰੇ ਰਾਜਾ ਸ਼ਾਉਲ ਨੇ ਸਲਾਹ ਕੀਤੀ ਸੀ ਸੈਮੂਅਲ ਨਬੀ ਦੀ ਆਤਮਾ ਨੂੰ ਬੁਲਾਉਣ ਦੇ ਲਈ, ਫਿਲਿਸਤੀਆਂ ਵਿਰੁੱਧ ਸਲਾਹ ਪ੍ਰਾਪਤ ਕਰਨ ਦੇ ਲਈ, ਜੋ ਕਿ ਅਗਲੇ ਦਿਨ ਲੜਾਈ ਹੋਣੀ ਸੀ। ਭਾਵੇਂ ਸ਼ੈਮੂਅਲ ਜਾਣਦਾ ਸੀ ਕਿ ਜਾਦੂ ਟੂਣਾ ਨੂੰ ਪਾਪ ਮੰਨਿਆ ਜਾਂਦਾ ਹੈ, ਫਿਰ ਵੀ ਉੱਥੇ ਗਿਆ। ਪਹਿਲਾ ਸ਼ੈਮੂਅਲ 15:23 ਵਿੱਚ ਦਿਖਾਇਆ ਗਿਆ, ਬਗਾਵਤ ਕਰਨਾ ਜਾਦੂ ਦੇ ਪਾਪ ਵਾਂਗ ਹੈ। ਆਪਣੇ ਰਾਜ ਦੇ ਆਰੰਭ ਵਿੱਚ ਸ਼ਾਉਲ ਨੇ ਫੈਸਲਾ ਕੀਤਾ ਸਾਰੇ ਮਾਧਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਲਈ ਇੱਥੇ ਉਹ ਬਹੁਤ ਘੱਟ ਜਾਦੂਗਰ ਸਨ ਉਸ ਸਮੇਂ ਦੇ ਦੌਰਾਨ, ਜਿਸ ਦੇ ਵਿੱਚ ਕਿਉਂਕਿ ਉਹ ਰਾਜ ਛੱਡ ਕੇ ਜਾ ਚੁੱਕੇ ਸਨ। ਇਸ ਲਈ ਉਹ ਅੱਧੀ ਰਾਤ ਨੂੰ ਉਸਨੇ ਆਪਣੇ ਆਪ ਨੂੰ ਭੇਸ ਬਦਲ ਕੇ ਉਹ ਆਪਣੇ ਇੱਕ ਡੈਨ ਦੀ ਭਾਲ ਦੇ ਵਿੱਚ ਗਿਆ ਤੇ ਇੱਕ ਗੁਫਾ ਵਿੱਚ ਉਹ ਛੁਪ ਗਿਆ। ਉੱਥੇ ਉਸਨੇ ਮੰਨਿਆ ਕਿ ਨਬੀ ਸੈਮੂਅਲ ਨੂੰ ਉੱਥੇ ਉਸਨੇ ਬੁਲਾਇਆ, ਪਰ ਇਹ ਭੂਤ ਸੀ ਜੋ ਨਬੀ ਦੀ ਰੂਪ ਦੀ ਰੇਖਾ ਵਿੱਚ ਕਰਕੇ ਆਇਆ ਸੀ। ਸ਼ਾਉਲ ਨੂੰ ਭਿਆਨਕ ਖਬਰ ਮਿਲੀ ਤੇ ਅਗਲੇ ਦਿਨ ਲੜਾਈ ਵਿੱਚ ਉਹ ਮਰ ਗਿਆ। ਅਸੀਂ ਵੇਖਦੇ ਹਾਂ ਕਿ ਸ਼ੈਤਾਨ ਧੋਖਾ ਖਾਣ ਦੇ ਲਈ ਕਿਸੇ ਵੀ ਢੰਗ ਦੀ ਵਰਤੋਂ ਕਰ ਸਕਦਾ ਹੈ। ਜਾਦੂ ਟੂਣਾ ਬੁਰੀ ਸਮੇਂ ਤੋਂ ਬਹੁਤ ਹੀ ਜ਼ਿਆਦਾ ਪ੍ਰਮੁੱਖ ਹੈ। ਬਹੁਤ ਸਾਰੇ ਲੋਕਾਂ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਉਹਨਾਂ ਦੇ ਅਜੀਤ ਸਵਰਗ ਦੇ ਵਿੱਚ ਆਨੰਦ ਮਾਣ ਰਹੇ ਹਨ ਅਤੇ ਬਿਨਾਂ ਕਿਸੇ ਖਤਰੇ ਦੇ ਸ਼ੱਕ ਤੋਂ ਉਹ ਦੁਸ਼ਟ ਆਤਮਾਵਾਂ ਅਤੇ ਭੂਤਾਂ ਨੂੰ ਕੰਨ ਦੇ ਦਿੰਦੇ ਹਨ। ਮੈਂ ਤੁਹਾਨੂੰ ਸਾਡੇ ਦਿਨ ਲਈ ਇਹ ਬਿਲਕੁਲ ਇੱਕ ਚੇਤਾਵਨੀ ਦਿਖਾਉਂਦੀ ਹਾਂ, ਕਿਉਂਕਿ ਅਸੀਂ ਪਿਛਲੇ ਦਿਨਾਂ ਵਿੱਚ ਬਿਲਕੁਲ ਅੰਤ ਦੇ ਦਿਨਾਂ ਵਿੱਚ ਜੀ ਰਹੇ ਹਾਂ, ਤਾਂ ਇਸ ਲਈ ਅਸੀਂ ਆਓ ਹੁਣ ਪੜ੍ਹੀਏ ਪਹਿਲਾ ਤਿਮੋਥੀ 4:1 ਔਰ 2। ਹੁਣ ਆਤਮਾ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਬਾਅਦ ਦੇ ਸਮੇਂ ਵਿੱਚ ਕੁਝ ਨੇਤਾ ਤੋਂ ਵਾਅਦਾ ਹੋਵੇਗਾ, ਭੂਤਾਂ ਦੇ ਭਰਮਾਂ ਤੇ ਸਿਧਾਂਤਾਂ ਨੂੰ ਧੋਖਾ ਦੇਣ ਵੱਲ ਧਿਆਨ ਦੇਣਾ, ਪਖੰਡ ਵਿੱਚ ਝੂਠ ਬੋਲਣਾ, ਆਪਣੀ ਜ਼ਮੀਰ ਨੂੰ ਗਰਮ ਲੋਹੇ ਨਾਲ ਵੇਖਿਆ ਹੋਇਆ ਹੈ। ਦੁਸ਼ਟ ਦੂਤ ਜਾਂ ਆਤਮਾ ਦੀ ਦੁਨੀਆ ਦੇ ਵਿਖਾਵੇ ਕਰਨ ਵਾਲੇ ਕਈ ਵਾਰ ਚੇਤਾਵਨੀ ਵੀ ਦਿੰਦੇ ਹਨ ਅਤੇ ਭਵਿੱਖ ਦੀ ਘਟਨਾਵਾਂ ਬਾਰੇ ਦੱਸਦੇ ਹਨ। ਭਰੋਸੇਯੋਗਤਾ ਦੀ ਦਿੱਖ ਦੇ ਨਾਲ ਅਤੇ ਇਹਨਾਂ ਦੀ ਝੂਠੀਆਂ ਸਿੱਖਿਆਵਾਂ ਸਵੀਕਾਰ ਕਰ ਲਈਆਂ ਜਾਂਦੀਆਂ ਹਨ। ਉਹ ਸਵਰਗ ਵਿੱਚ ਖੁਸ਼ ਰਹਿਣ ਦਾ ਦਾਅਵਾ ਰੱਖਦੇ ਹਨ ਅਤੇ ਉੱਥੇ ਉੱਚੀਆਂ ਪਦਵੀਆਂ ਤੇ ਕਬਜ਼ਾ ਕਰਨ ਦਾ ਫਿਰ ਜਿਵੇਂ ਕਿ ਵਿਸ਼ਵਾਸ ਪ੍ਰਾਪਤ ਹੋਇਆ ਹੈ, ਉਹ ਸਿਧਾਂਤ ਪੇਸ਼ ਕਰਦੇ ਹਨ ਜੋ ਸ਼ਾਸਤਰ ਨੂੰ ਕਮਜ਼ੋਰ ਕਰਦਾ ਹੈ। ਜੇਕਰ ਤੁਹਾਡੇ ਕੋਲ ਆਤਮਾ ਆ ਰਹੀ ਹੈ ਤਾਂ ਤੁਹਾਨੂੰ ਉਸ ਦੀ ਤੁਲਨਾ ਪੋਥੀ ਦੇ ਨਾਲ ਕਰਨ ਦੀ ਲੋੜ ਹੈ ਕਿ ਉਹ ਕੀ ਕਹਿ ਰਹੇ ਹਨ, ਕਿ ਇਹ ਸ਼ਾਸਤਰ ਨਾਲ ਮੇਲ ਖਾਂਦਾ ਹੈ। ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਆਪਣੀ ਬਾਈਬਲ ਨੂੰ। ਦੋਸਤੋ, ਅਧਿਆਤਮਵਾਦ ਦੀ ਬਹੁਤ ਬੁਨਿਆਦ ਪੋਥੀ ਦੇ ਨਾਲ ਲੜ ਰਹੀ ਹੈ। ਉਪਦੇਸ਼ਕ ਦੀ ਪੋਥੀ 9:5 ਵਿੱਚ ਸਾਨੂੰ ਚੇਤਾਵਨੀ ਦਿੱਤੀ ਗਈ ਹੈ, ਮਰੇ ਹੋਏ ਕੁਝ ਨਹੀਂ ਜਾਣਦੇ। ਰੱਬ ਨੇ ਦਿਖਾਵਾ ਕਰਨ ਵਾਲੇ ਸੰਚਾਰ ਤੋਂ ਵਰਜਿਆ ਹੈ ਵਿਛੜੀਆਂ ਹੋਈਆਂ ਰੂਹਾਂ ਦੇ ਨਾਲ। ਪਹਿਲਾ ਕੁਰਿੰਥੀਓ 10:20 ਸਾਨੂੰ ਕਹਿੰਦਾ ਹੈ, ਇਸ ਦੇ ਬਜਾਏ ਉਹ ਚੀਜ਼ਾਂ ਜਿਹੜੀਆਂ ਗੈਰ ਯਹੂਦੀ ਬਲੀਦਾਨ ਦਿੰਦੇ ਹਨ, ਉਹ ਭੂਤਾਂ ਨੂੰ ਬਲੀਦਾਨ ਦਿੰਦੇ ਹਨ, ਰੱਬ ਨੂੰ ਨਹੀਂ। ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਭੂਤਾਂ ਨਾਲ ਸੰਗਤ ਕਰੋ। ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਪੌਲੁਸ ਕਹਿੰਦਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਤੁਸੀਂ ਭੂਤਾਂ ਨਾਲ ਸੰਗਤ ਕਰੋ। ਇਹ ਸਾਫ਼ ਹੈ ਪ੍ਰਕਾਸ਼ ਦੀ ਪੋਥੀ 16:14 ਵਿੱਚ, ਕਿਉਂਕਿ ਉਹ ਭੂਤਾਂ ਦੇ ਆਤਮਾ ਹਨ, ਉਹ ਕਰਿਸ਼ਮੇ ਕਰਦੇ ਹਨ ਜਿਹੜੇ ਧਰਤੀ ਦੇ ਰਾਜਿਆਂ ਨੂੰ ਜਾਂਦੇ ਹਨ ਅਤੇ ਸਾਰੇ ਸੰਸਾਰ ਨੂੰ ਉਹਨਾਂ ਨੂੰ ਇਕੱਠਾ ਕਰਨ ਦੇ ਲਈ, ਸਰਵਸ਼ਕਤੀਮਾਨ ਪਰਮੇਸ਼ਵਰ ਦੇ ਮਹਾਨ ਦਿਨ ਦੀ ਲੜਾਈ ਦੇ ਲਈ। ਆਤਮਿਕ ਸੰਸਾਰ ਦੇ ਭੂਤਾਂ ਨਾਲ ਗੱਲਬਾਤ ਕਰਨ ਦੀ ਮਨਾਹੀ ਸੀ ਔਰ ਇਸ ਦੀ ਸਜ਼ਾ ਮੌਤ ਦੇ ਅਧੀਨ ਸੀ। ਲੇਵੀਆਂ ਉਹਦੀ 19:31 ਵਿੱਚ, ਮਾਧਿਅਮ ਦੀ ਕੋਈ ਪਰਵਾਹ ਨਾ ਕਰੋ ਅਤੇ ਜਾਨੂ ਰੂਹਾਂ ਉਹਨਾਂ ਦੀ ਭਾਲ ਨਾ ਕਰੋ, ਉਹਨਾਂ ਦੁਆਰਾ ਅਸ਼ੁੱਧ ਹੋਣਾ ਨਹੀਂ, ਕਿਉਂਕਿ ਮੈਂ ਤੁਹਾਡਾ ਪ੍ਰਭੂ ਹਾਂ। ਅਧਿਆਇ 20 ਆਇਤ 27 ਵਿੱਚ, ਇੱਕ ਆਦਮੀ ਜਾਂ ਔਰਤ ਜੋ ਇੱਕ ਦਰਮਿਆਨਾ ਹੈ, ਜੇ ਉਹ ਕਿਸ ਕੋਲ ਜਾਨੂ ਸ਼ਕਤੀਆਂ ਹਨ, ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇਗਾ। ਪਰ ਅੱਜ ਅਧਿਆਤਮਵਾਦ ਦੀ ਆਪਣੀ ਪੈੜ ਹੈ। ਵਿਗਿਆਨਕ ਚੱਕਰ ਵਿੱਚ ਇਹਨਾਂ ਨੇ ਚਰਚਾ ਤੇ ਹਮਲਾ ਕੀਤਾ ਹੈ।
ਅਤੇ ਇਸ ਦਾ ਪੱਖ ਅਤੇ ਵਿਧਾਨ ਸਭਾਵਾਂ ਮਿਲੀਆਂ ਹਨ। ਇਹ ਵਿਸ਼ਾਲ ਧੋਖਾ ਇੱਕ ਨਵੇਂ ਭੇਸ ਦੇ ਵਿੱਚ ਹੀ ਹੈ, ਜਾਦੂ ਦੇ ਪੁਰਾਣੇ ਦੀ ਨਿੰਦਾ ਕਰਨ ਦੇ ਲਈ। ਮੱਤੀ 24:24 ਕਹਿੰਦਾ ਹੈ, ਝੂਠੇ ख्रीस्त ਅਤੇ ਝੂਠੇ ਨਬੀਆਂ ਦੇ ਲਈ ਉਹ ਉੱਠਣਗੇ ਤੇ ਧੋਖਾ ਦੇਣ ਲਈ ਮਹਾਨ ਸੰਕੇਤ ਤੇ ਅਚੰਭੇ ਵੀ ਵਿਖਾਣਗੇ। ਜੇ ਸੰਭਵ ਹੋਵੇ ਤਾਂ ਚੁਣੇ ਹੋਏ ਵੀ ਡਿੱਗ ਜਾਣਗੇ। ਈਸਾਈ ਜਗਤ ਨੂੰ ਪ੍ਰਕਾਸ਼ ਦੀ ਪੋਥੀ ਵਿੱਚ ਬਾਬਲ ਵਜੋਂ ਜਾਣਿਆ ਜਾਂਦਾ ਹੈ ਕਿ ਜਿਹੜੇ ਡਿੱਗ ਚੁੱਕੇ ਹਨ। ਰੱਬ ਦਾ ਵਚਨ ਕੀ ਕਹਿੰਦਾ ਹੈ? ਇਸ ਦੇ ਪਤਨ ਦੇ ਲਈ ਵੱਡੇ ਪੱਧਰ ਤੇ ਕੌਣ ਜ਼ਿੰਮੇਦਾਰ ਹੈ? ਪ੍ਰਕਾਸ਼ ਦੀ ਪੋਥੀ 18:2 ਵਿੱਚ ਲਿਖਿਆ ਹੈ, ਮਹਾਨ ਬਾਬਲ ਡਿੱਗ ਪਿਆ ਅਤੇ ਭੂਤਾਂ ਦਾ ਵਸੇਬਾ ਬਣ ਗਿਆ ਹੈ। ਹਰ ਦੁਸ਼ਟ ਆਤਮਾ ਲਈ ਇੱਕ ਜੇਲ੍ਹ ਅਤੇ ਹਰੇਕ ਅਸ਼ੁੱਧ ਅਤੇ ਨਫ਼ਰਤ ਕਰਨ ਵਾਲੇ ਪੰਛੀ ਲਈ ਇੱਕ ਪਿੰਜਰਾ। ਦੂਜੇ ਸ਼ਬਦਾਂ ਵਿੱਚ ਬਾਬਲ ਬੰਬਲ ਭੂਸੇ ਦੀ ਇੱਕ ਸਥਿਤੀ ਹੈ। ਭੂਤਾਂ ਅਤੇ ਆਤਮਾ ਕਾਰਨ ਈਸਾਈ ਚਰਚਾਂ ਵਿੱਚ ਦਾਖਲ ਹੁੰਦੇ ਹਨ ਤੇ ਈਸਾਈ ਜਗਤ ਵੀ ਕੀ ਹੈ? ਡਿੱਗ ਰਿਹਾ ਹੈ, ਕਿਉਂਕਿ ਸ਼ੈਤਾਨ ਨੇ ਚਰਚਾਂ ਤੱਕ ਪਹੁੰਚ ਕਰ ਲਈ ਹੈ। ਉਸ ਦੇ ਝੂਠੇ ਕੂੜੇ ਰਾਹੀਂ ਮੁਰਦੇ ਜਿਉਂਦੇ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਸ਼ੈਤਾਨ ਨੇ ਰਾਜਦੂਤ ਦੇ ਸੁਨੇਹੇ ਜੋ ਮੁਰਦਿਆਂ ਦੇ ਆਤਮਾ ਬਣਦਾ ਹੈ, ਚਰਚ ਨੇ ਇੱਕ ਸ਼ਾਨਦਾਰ ਸਲਾਹ ਦੇ ਤੌਰ ਤੇ ਸਵਾਗਤ ਕੀਤਾ ਹੈ ਮਹਿਮਾ ਵਿੱਚ ਛੁਟਕਾਰੇ ਤੋਂ। ਜਿਵੇਂ ਕਿ ਅਸੀਂ ਹੁਣ ਬਾਈਬਲ ਵਿੱਚ ਦੇਖਿਆ ਹੈ ਕਿ ਮਰੇ ਹੋਏ ਲੋਕ ਉਹਨਾਂ ਦੀ ਕਬਰਾਂ ਵਿੱਚ ਸੋ ਰਹੇ ਹਨ, ਉਹ ਭੂਤਾਂ ਦੀ ਗੱਲ ਨਹੀਂ ਕਰ ਰਹੇ। ਇਹ ਝੂਠ ਸ਼ੈਤਾਨ ਨੂੰ ਧੋਖਾ ਦੇਣ ਦੀ ਪੂਰੀ ਤਾਕਤ ਦਿੰਦਾ ਹੈ ਕਿ ਉਹ ਉਸਦੇ ਹਰ ਸੰਪਰਕ ਦੀ ਗਿਣਤੀ ਕਰਵਾਉਂਦਾ ਹੈ। ਕਿ ਕੋਈ ਹੈਰਾਨੀ ਦੀ ਪੌਲਸ ਇੱਥੇ ਜਦੋਂ ਰਸੂਲ ਇਸ ਗੰਭੀਰਤਾ ਨਾਲ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਆਤਮਾ ਨੂੰ ਭਰਮਾਉਣ ਤੋਂ ਅਜਿਹੇ ਧੋਖੇ ਦੇ ਵਿਰੁੱਧ ਅਤੇ ਭੂਤਾਂ ਦੇ ਸਿਧਾਂਤ ਬਾਰੇ। ਪ੍ਰਕਾਸ਼ ਦੀ ਪੋਥੀ ਦੇ ਅਨੁਸਾਰ ਇਹ ਉਹੀ ਦੁਸ਼ਟ ਦੂਤ ਮੁਰਦਿਆਂ ਦੀ ਆਤਮਾਵਾਂ ਵਜੋਂ ਪੇਸ਼ ਹੋਏ ਹਨ, ਧਰਤੀ ਦੇ ਰਾਜਿਆਂ ਅਤੇ ਨੇਤਾਵਾਂ ਕੋਲ ਪਹੁੰਚੇ। ਉਹਨਾਂ ਨੇ ਅਜਿਹਾ ਕਿਉਂ ਕੀਤਾ? ਪ੍ਰਕਾਸ਼ ਦੀ ਪੋਥੀ 18:23 ਤੁਹਾਡੇ ਜਾਦੂ ਦੁਆਰਾ ਸਾਰੀ ਕੌਮਾਂ ਨੇ ਧੋਖਾ ਖਾਇਆ। ਹੁਣ ਦਾ ਦਾਵਾ ਕਰਨ ਵਾਲੇ ਇਹ ਦੂਤ, ਮੈਨੂੰ ਹੁਣ ਇੱਕ ਦੁਸ਼ਟ ਦੂਤ ਕਹਿਣਾ ਚਾਹੀਦਾ ਹੈ, ਮੁਰਦਿਆਂ ਦੀ ਆਤਮਾ ਹੋਣ ਦਾ ਦਾਵਾ ਕਰਨਾ ਦੀਆਂ ਸ਼ਕਤੀਆਂ ਹੋਣਗੀਆਂ ਜੋ ਸ਼ਾਸਕਾਂ ਨੂੰ ਪ੍ਰਭਾਵਿਤ ਕਰਨਗੀਆਂ, ਸੰਸਾਰ ਦੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਆਰਮਗੈਡਨ ਦੀ ਅੰਤਮ ਲੜਾਈ ਵਿੱਚ ਲੈ ਜਾਣ ਦੇ ਲਈ ਜੋ ਉਹਨਾਂ ਦੀ ਪੂਰਨ ਤਬਾਹੀ ਹੋਣ ਦੇ ਵਿੱਚ ਖਤਮ ਹੋ ਜਾਵੇਗੀ। ਪ੍ਰਕਾਸ਼ ਦੀ ਪੋਥੀ 16:14 ਵਿੱਚ ਕਿਹਾ ਗਿਆ ਹੈ, ਉਹਨਾਂ ਨੂੰ ਉਸ ਮਹਾਨ ਦਿਨ ਦੀ ਲੜਾਈ ਲਈ ਇਕੱਠਾ ਕਰੋ, ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਲਈ। ਦੁੱਖ ਦੀ ਗੱਲ ਇਹ ਹੈ ਕਿ ਅੱਜ ਕਈ ਦੇਸ਼ ਦੇ ਆਗੂ ਦਾਅਵਾ ਕਰਨ ਵਾਲਿਆਂ ਨਾਲ ਸਲਾਹ ਕਰੋ ਤਾਂ ਉਹ ਮਰੇ ਤੱਕ ਸੁਨੇਹੇ ਪ੍ਰਾਪਤ ਕਰਨ ਦੇ ਲਈ ਕਿਸੇ ਮਹੱਤਵਪੂਰਨ ਮੁੱਦੇ ਤੇ ਫੈਸਲਾ ਕਰਨ ਤੋਂ ਪਹਿਲਾਂ ਉਹ ਇਹ ਸਭ ਕਰਦੇ ਹਨ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗ੍ਰਹਿ ਇੱਕ ਅਜਿਹੀ ਗੜਬੜੀ ਵਿੱਚ ਹੈ ਕਿ ਦੁਨੀਆ ਦੇ ਫੈਸਲੇ ਲੈਣ ਵਾਲੇ ਤੱਕ ਵੀ ਸ਼ੈਤਾਨ ਨੂੰ ਪਹੁੰਚ ਦੇ ਰਹੇ ਹਨ ਆਪਣੇ ਰਾਜ ਦੇ ਦੁਆਰਾ। ਯਸ਼ਾਇਆ 8:19 ਤੇ 20 ਵਿੱਚ, ਅਤੇ ਜਦੋਂ ਉਹ ਤੁਹਾਨੂੰ ਕਹਿੰਦੇ ਹਨ, ਉਹਨਾਂ ਨੂੰ ਲੱਭੋ ਜੋ ਦਰਮਿਆਨੇ ਅਤੇ ਜਾਦੂਗਰ ਹਨ, ਕੌਣ ਫੁੱਸਦਾ ਹੈ ਤੇ ਗੜਬੜ ਕਰਦਾ ਹੈ। ਕਿ ਲੋਕਾਂ ਨੂੰ ਆਪਣੇ ਰੱਬ ਦੀ ਭਾਲ ਨਹੀਂ ਕਰਨੀ ਚਾਹੀਦੀ? ਕਿ ਉਹਨਾਂ ਨੂੰ ਜ਼ਿੰਦਾ ਲੋਕਾਂ ਲਈ ਮੁਰਦਿਆਂ ਦੀ ਭਾਲ ਕਰਨੀ ਚਾਹੀਦੀ ਹੈ? ਗਵਾਹੀ ਵਿੱਚ ਵਿਵਸਥਾ ਨੂੰ ਜੇ ਉਹ ਇਸ ਸ਼ਬਦ ਅਨੁਸਾਰ ਨਹੀਂ ਬੋਲਦੇ, ਇਹ ਇਸ ਲਈ ਹੈ ਕਿਉਂਕਿ ਉਹਨਾਂ ਵਿੱਚ ਕੋਈ ਰੋਸ਼ਨੀ ਹੀ ਨਹੀਂ ਹੈ। ਪੋਥੀ ਸਾਫ਼-ਸਾਫ਼ ਕਹਿੰਦੀ ਹੈ ਕਿ ਸਾਨੂੰ ਸੁਣਨ ਤੋਂ ਇਨਕਾਰ ਇਹ ਸਾਰੀ ਚੀਜ਼ਾਂ ਕਰਨਾ ਚਾਹੀਦਾ ਹੈ ਉਹਨਾਂ ਲਈ ਜਿਹੜੇ ਮੁਰਦਿਆਂ ਲਈ ਬੋਲਣ ਦਾ ਦਾਅਵਾ ਕਰਦੇ ਹਨ, ਅਤੇ ਇਸ ਦੀ ਬਜਾਏ ਸਾਡੀ ਜਾਣਕਾਰੀ ਸਿਰਫ ਪਰਮੇਸ਼ਵਰ ਦੇ ਵਚਨ ਤੋਂ ਪ੍ਰਾਪਤ ਕਰਨੀ ਚਾਹੀਦੀ ਹੈ। ਉਹ ਸੁਨੇਹੇ ਜਿਹੜੇ ਕਿ ਮੰਨੇ ਜਾਂਦੇ ਹਨ ਕਿ ਮਰੇ ਹੋਏ ਅਜੀਜ਼ਾਂ ਤੋਂ ਆਉਂਦੇ ਹਨ, ਉਹ ਅਸਲ ਵਿੱਚ ਤੁਹਾਡੇ ਮਰੇ ਹੋਏ ਅਜੀਜ਼ਾਂ ਤੋਂ ਕਦੀ ਵੀ ਨਹੀਂ ਆਉਂਦੇ, ਬਲਕਿ ਉਹ ਸ਼ੈਤਾਨ ਵੱਲੋਂ ਆਉਂਦੇ ਹਨ। ਕਿੰਨੀ ਸੋਚਣ ਵਾਲੀ ਇਹ ਗੱਲ ਹੈ। ਪ੍ਰਕਾਸ਼ ਦੀ ਪੋਥੀ ਕਹਿੰਦੀ ਹੈ, ਜਿਹੜੇ ਲੋਕ ਪਰਮਾਤਮਾ ਦਾ ਕਹਿਣਾ ਮੰਨਦੇ ਹਨ ਉਹ ਉਸਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਸਾਡੇ ਵਿੱਚੋਂ ਕੌਣ ਹੋਵੇਗੇ ਉਹ ਬੰਦੇ? ਪ੍ਰਕਾਸ਼ ਦੀ ਪੋਥੀ 22:15 ਕਹਿੰਦੀ ਹੈ, ਇਹ ਇੱਕ ਮਜ਼ਬੂਤ ਪਾਠ ਹੈ, ਪਰ ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਇਹ ਕੀ ਕਹਿੰਦਾ ਹੈ। ਰੱਬ ਸਾਨੂੰ ਚੇਤਾਵਨੀ ਦੇ ਰਿਹਾ ਹੈ ਇੱਥੋਂ ਇੱਕ ਸੇਧ ਪਵਿੱਤਰ ਦਰਵਾਜ਼ੇ ਦੇ ਬਾਹਰ, ਇਸ ਲਈ ਕਿ ਇਹ ਲੋਕ ਬਾਹਰ ਦੇ ਲੋਕ ਹਨ, ਯਰੂਸ਼ਲਮ ਦੇ ਨਵਾਂ ਪਵਿੱਤਰ ਸ਼ਹਿਰ, ਨਵੀਂ ਧਰਤੀ। ਠੀਕ ਹੈ, ਪਵਿੱਤਰ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਕੁੱਤੇ ਅਤੇ ਜਾਦੂਗਰ ਹਨ ਜੋ ਮੱਧਮ ਜਾਦੂ ਕਰਦੇ ਤੇ ਵੈਸ਼ਵਗਾਮਨੀ ਕਰਨ ਲਈ, ਜਿਨਸੀ ਅਨੈਤਿਕ ਅਤੇ ਕਾਤਲ ਅਤੇ ਮੂਰਤੀ ਪੂਜਾ ਕਰਨ ਵਾਲੇ ਅਤੇ ਜਿੰਨੇ ਵੀ ਝੂਠ ਬੋਲਣਾ ਪਸੰਦ ਕਰਦੇ ਹਨ, ਜਿਹੜੇ ਮੁਰਦਿਆਂ ਦੀ ਸਲਾਹ ਲੈਂਦੇ ਹਨ, ਦੋਸਤੋ ਸਵਰਗ ਤੋਂ ਬਾਹਰ ਬੰਦ ਹੋ ਜਾਣਗੇ। ਮੂਸਾ ਦੇ ਜ਼ਮਾਨੇ ਵਿੱਚ ਪਰਮੇਸ਼ਵਰ ਨੇ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਪੱਥਰ ਮਾਰਿਆ ਜਾਵੇ। ਲੇਵੀਆਂ ਉਹਦੀ 20:27 ਵਿੱਚ, ਇੱਕ ਆਦਮੀ ਜਾਂ ਔਰਤ ਜੋ ਇੱਕ ਦਰਮਿਆਨਾ ਹੈ ਜਾਂ ਕਿਸੇ ਕੋਲ ਜਾਦੂ ਸ਼ਕਤੀਆਂ ਹਨ, ਜ਼ਰੂਰ ਮੌਤ ਦੀ ਸਜ਼ਾ ਉਸਨੂੰ ਦਿੱਤੀ ਜਾਵੇਗੀ। ਜਾਦੂ ਟੂਣਾ ਜੋ ਮੁਰਦਿਆਂ ਨਾਲ ਸੰਪਰਕ ਕਰਨ ਦਾ ਦਾਅਵਾ ਕਰਦਾ ਹੈ, ਬਾਈਬਲ ਵਿੱਚ ਸਰੀਰ ਦੇ ਕੰਮਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ ਜਿਸ ਲਈ ਲੋਕ ਪਰਮੇਸ਼ਵਰ ਦੇ ਰਾਜ ਦੇ ਬਾਹਰ ਹੋਣਗੇ। ਯਿਸੂ ਨੇ ਗਲਾਤੀਆਂ 5:19 ਤੇ 21 ਵਿੱਚ ਉਸ ਬਾਰੇ ਲਿਖਿਆ ਹੈ, ਸਾਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ, ਹੁਣ ਸਰੀਰ ਦੇ ਕੰਮ ਸਪਸ਼ਟ ਹੋ ਗਏ ਹਨ। ਵਿਭਚਾਰ, ਹਰਾਮਕਾਰੀ, ਅਪਵਿੱਤਰਤਾ, ਵਿਭਚਾਰ, ਮੂਰਤੀ ਪੂਜਾ, ਜਾਦੂ ਟੂਣਾ, ਨਫ਼ਰਤ, ਝਗੜੇ,
ਈਰਖਾ, ਕ੍ਰੋਧ ਦੇ ਪ੍ਰਭਾਵ, ਸਵਾਰਥੀ ਅਭਿਲਾਸ਼ਾ, ਮਤਭੇਦ, ਧਰੋਹ, ਈਰਖਾ, ਕਾਤਲ, ਸ਼ਰਾਬੀ, ਆਨੰਦ ਅਤੇ ਇਸ ਤਰ੍ਹਾਂ ਦੇ, ਜਿਸ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਜਿਵੇਂ ਮੈਂ ਤੁਹਾਨੂੰ ਪਿਛਲੇ ਸਮਿਆਂ ਵਿੱਚ ਹੀ ਕਿਹਾ ਸੀ ਕਿ ਜਿਹੜੇ ਇਸ ਤਰ੍ਹਾਂ ਦੀ ਗੱਲਾਂ ਕਰਦੇ ਹਨ ਪਰਮਾਤਮਾ ਦੇ ਰਾਜ ਦੇ ਕਦੀ ਵੀ ਵਾਰਿਸ ਨਹੀਂ ਹੋਣਗੇ। ਦੋਸਤੋ, ਮੈਂ ਇਹ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਸਵਰਗ ਵਿੱਚ ਕਿਵੇਂ ਹੋ ਸਕਦੇ ਹਾਂ ਤੇ ਅਸੀਂ ਇਹਨਾਂ ਚੀਜ਼ਾਂ ਦਾ ਅਭਿਆਸ ਸਾਨੂੰ ਨਹੀਂ ਕਰਨਾ ਚਾਹੀਦਾ। ਜਦੋਂ ਰੱਬ ਸਾਨੂੰ ਇਸ ਨੂੰ ਸਦਾ ਬਣਾਉਂਦਾ ਹੈ, ਜੇ ਅਸੀਂ ਇਸ ਦਾ ਅਭਿਆਸ ਕਰਦੇ ਹਾਂ ਤਾਂ ਸਾਨੂੰ ਸਵਰਗ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਲਈ ਸਾਨੂੰ ਇਹਨਾਂ ਸੂਚੀਆਂ ਨੂੰ ਜਾਣਨ ਦੀ ਜ਼ਰੂਰਤ ਹੈ ਅਤੇ ਇਸ ਲਈ ਮੈਂ ਤੁਹਾਨੂੰ ਪਿਆਰ ਦੇ ਦਿਲ ਦੇ ਨਾਲ ਇਹ ਕਹਿੰਦੀ ਹਾਂ। ਮੈਂ ਤੁਹਾਡੇ ਲਈ ਇਸ ਲਈ ਸਾਂਝਾ ਕਰ ਰਹੀ ਹਾਂ ਤੁਹਾਡੇ ਨਾਲ, ਤਾਂ ਜੋ ਤੁਸੀਂ ਵੇਖ ਸਕੋ ਕਿ ਰੱਬ ਇੱਕ ਰੱਬ ਹੈ ਜਿਸ ਦੇ ਕੁਝ ਮਾਪਦੰਡ ਹਨ ਅਤੇ ਅਸੀਂ ਸਵਰਗ ਵਿੱਚ ਜੇ ਰਹਿਣਾ ਨਹੀਂ ਚਾਹੁੰਦੇ ਤਾਂ ਅਸੀਂ ਇਹ ਸਭ ਕਰਦੇ ਹਾਂ ਤੇ ਅਸੀਂ ਆਪਣੇ ਆਪ ਨਾਲ ਝੂਠ ਬੋਲਦੇ ਹਾਂ ਤੇ ਕਤਲ ਅਤੇ ਇਹ ਸਾਰੀਆਂ ਚੀਜ਼ਾਂ ਜੋ ਇਸ ਸੂਚੀ ਦੇ ਵਿੱਚ ਹਨ। ਇਹਨਾਂ ਸਾਰੀਆਂ ਆਇਤਾਂ ਵਿੱਚੋਂ ਅਸੀਂ ਅੱਜ ਰਾਤ ਦਾ ਅਧਿਐਨ ਕੀਤਾ ਹੈ। ਇਹ ਅਸਵੀਕਾਰਯੋਗ ਹੈ ਔਰ ਸਾਨੂੰ ਇਸ ਨੂੰ ਜ਼ਰੂਰਤ ਹੈ ਕਿ ਜਿੰਨਾ ਵੀ ਸੰਭਵ ਹੋ ਸਕੇ ਸਾਨੂੰ ਇਹਨਾਂ ਚੀਜ਼ਾਂ ਤੋਂ, ਹਰ ਤਰੀਕੇ ਦੇ ਜਾਦੂ ਤੋਂ ਔਰ ਨਿਰਦੋਸ਼ਤਾ ਦੇ ਨਾਲ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ। ਇੱਥੇ ਬਹੁਤ ਸਾਰੀਆਂ ਫਿਲਮਾਂ ਨਹੀਂ ਹਨ ਜਾਂ ਟੀਵੀ ਸ਼ੋਜ਼ ਜਾਂ ਕਿਤਾਬਾਂ ਜਾਂ ਸੂਝਵਾਨ ਨਹੀਂ ਹੁੰਦੀਆਂ ਮੌਤ ਤੋਂ ਬਾਅਦ ਜ਼ਿੰਦਗੀ ਦੇ ਬਾਰੇ ਦੱਸਣ ਦੇ ਲਈ, ਪਰ ਕਾਫੀ ਸਾਰੀ ਪੁਸਤਕਾਂ ਭੂਤ, ਚੁਟਕਲੇ, ਮੂਰਤੀ, ਸੰਤ ਪੂਜਾ ਦਰਸਾਉਂਦੀਆਂ ਹਨ। ਮਰੇ ਹੋਏ ਲੋਕਾਂ ਨਾਲ ਕਿਵੇਂ ਅਸੀਂ ਸੰਪਰਕ ਬਣਾ ਸਕਦੇ ਹਾਂ, ਹਮੇਸ਼ਾ ਸ਼ੈਤਾਨ ਦੀ ਤਾਕਤਾਂ ਦੇ ਨਾਲ ਸੰਪਰਕ ਬਣਾਉਣ ਦੇ ਲਈ। ਤੋਂ ਸਾਵਧਾਨ ਰਹੋ ਦੋਸਤੋ। ਇਫਸੀਓ 5:11 ਵਿੱਚ ਲਿਖਿਆ ਹੈ, ਅਤੇ ਕੋਈ ਸੰਗਤ ਨਹੀਂ ਹਨੇਰੇ ਦੇ ਫਲ ਰਹਿਤ ਕੰਮਾਂ ਦੇ ਨਾਲ ਸਾਨੂੰ ਕਰਨੀ ਚਾਹੀਦੀ, ਪਰ ਉਹਨਾਂ ਨੂੰ ਬੇਨਕਾਬ ਕਰੋ। ਜਦੋਂ ਰੰਜਾ 10 ਸਾਲਾਂ ਦਾ ਸੀ, ਉਹ ਦੁਸ਼ਟ ਆਤਮਾ ਦੁਆਰਾ ਗ੍ਰਸਤ ਹੋ ਗਿਆ। ਉਸਦੇ ਮਾਪੇ ਉਸਨੂੰ ਡੈਨ ਡਾਕਟਰ ਦੇ ਕੋਲ ਲੈ ਗਏ ਤੇ ਉਸਦੇ ਇਲਾਜ ਦੇ ਲਈ 10 ਗਾਵਾਂ ਵੇਚੀਆਂ, ਪਰ ਕੁਝ ਕੰਮ ਨਹੀਂ ਹੋਇਆ ਤੇ ਉਸਨੂੰ ਅਹਿਸਾਸ ਹੋਇਆ ਕਿ ਨਵੀਂ ਰੂਹ ਉਸਦੇ ਅੰਦਰ ਆ ਗਈ ਹੈ ਤੇ ਉਹ ਵੀ ਉਸ ਤੋਂ ਪਹਿਲੇ ਦੇ ਨਾਲੋਂ ਬਹੁਤ ਹੀ ਭੈੜੀ। ਤੇ ਉਹ ਉਹਨਾਂ ਨੂੰ ਵੇਖਦੀ ਸੀ ਅਤੇ ਸੁਣਦੀ ਸੀ, ਪਰ ਦੂਸਰੇ ਸਿਰਫ ਉਹਨਾਂ ਨੂੰ ਸੁਣ ਸਕਦੇ ਸਨ। ਜਦੋਂ ਉਸਦੇ ਪਹਿਲੇ ਬੱਚੇ ਦਾ ਜਨਮ ਹੋਇਆ, ਆਤਮਾ ਨੇ ਉਸਨੂੰ ਡੈਨ ਬਣਨ ਦੇ ਲਈ ਕਿਹਾ, ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ, ਉਹਨਾਂ ਨੇ ਉਸਦੇ ਬੱਚੇ ਨੂੰ ਬਿਮਾਰ ਅਤੇ ਮਰਨ ਦਾ ਕਾਰਨ ਬਣਾਇਆ। ਪਰੇਸ਼ਾਨ ਹੋ ਕੇ ਉਹ ਆਖਿਰਕਾਰ ਸਹਿਮਤ ਹੋ ਗਈ ਆਤਮਾਵਾਂ ਜੋ ਚਾਹੁੰਦੀਆਂ ਹਨ ਉਹ ਕਰਨ ਦੇ ਲਈ, ਤਾਂ ਜੋ ਉਸਨੂੰ ਇੱਕ ਹੋਰ ਬੱਚਾ ਮਿਲੇ। ਇਸ ਲਈ 9 ਮਹੀਨਿਆਂ ਬਾਅਦ ਉਸਨੇ ਇੱਕ ਧੀ ਨੂੰ ਜਨਮ ਦਿੱਤਾ। ਅਗਲੇ ਸਾਲਾਂ ਵਿੱਚ ਉਹ ਬਹੁਤ ਸ਼ਕਤੀਸ਼ਾਲੀ ਡੈਨ ਬਣ ਗਈ। ਉਸਦੀ ਆਪਣੀ ਜ਼ਿੰਦਗੀ ਉੱਤੇ ਕੋਈ ਨਿਯੰਤਰਣ ਨਹੀਂ ਸੀ, ਕੇਵਲ ਉਹੀ ਕਰਦੀ ਸੀ ਜੋ ਆਤਮਾਵਾਂ ਉਸਨੂੰ ਕਰਨ ਨੂੰ ਕਹਿੰਦੀਆਂ ਸਨ। ਸ਼ਕਤੀਸ਼ਾਲੀ ਦਵਾਈ ਦੇ ਜ਼ਰੀਏ ਉਹ ਉਸਨੂੰ ਹੋਰ ਦ੍ਰਿੜ ਕਰਦੀਆਂ ਸਨ। ਬਹੁਤ ਸਾਰੇ ਲੋਕ ਉਸਨੇ ਰਾਜੀ ਕੀਤੇ ਤੇ ਬਹੁਤ ਸਾਰੇ ਚਮਤਕਾਰ ਦਿਖਾਏ। ਉਸ ਕੋਲ ਬੰਦੂਕਾਂ ਅਤੇ ਗੋਲੀਆਂ ਨੂੰ ਬੇਕਾਰ ਬਣਾਉਣ ਦੀ ਤਾਕਤ ਵੀ ਸੀ। ਉਹ ਆਪਣੇ ਜੱਥੇ ਦੀ ਇੱਕ ਬਹੁਤ ਹੀ ਕੀਮਤੀ ਮੈਂਬਰ ਬਣ ਗਈ ਸੀ ਤੇ ਇਸ ਦੇ ਕਾਰਨ ਉਹ ਬਹੁਤ ਅਮੀਰ ਵੀ ਸੀ। ਇੱਕ ਵਾਰ 27 ਹਥਿਆਰਬੰਦ ਆਦਮੀ ਉਸਦੇ ਘਰ ਆਏ ਤੇ ਉਹਨਾਂ ਨੇ ਉਸਨੂੰ ਆਪਣੇ ਹਥਿਆਰਾਂ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹ ਉਸਦੇ ਅੱਗੇ ਬਹੁਤ ਜ਼ਿਆਦਾ ਤਾਕਤਵਰ ਸਨ। ਉਹਨਾਂ ਕੋਲ ਮਗਰਮੱਛਾਂ ਦੇ ਮੂੰਹ ਬੰਦ ਕਰਨ ਦੀ ਵੀ ਉਸਦੇ ਕੋਲ ਤਾਕਤ ਸੀ। ਜਦੋਂ ਆਤਮਾਵਾਂ ਦਾ ਇੱਕ ਹੋਰ ਸਮੂਹ ਉਸਦੇ ਵਿੱਚ ਆਇਆ ਤਾਂ ਉਸਨੂੰ ਇੱਕ ਨਦੀ ਦੇ ਤਲ ਤੇ ਲੈ ਜਾਂਦੇ, ਜਿੱਥੇ ਉਹ ਉਹਨਾਂ ਦੇ ਨਾਲ ਦਿਨਾਂ ਵਿੱਚ ਇੱਕ ਸਮੇਂ ਗੱਲਬਾਤ ਕਰਦੀ। ਸਾਹ ਲੈਣ ਦੇ ਲਈ ਵੀ ਸੱਤਾ ਤੇ ਨਹੀਂ ਆਉਂਦੀ। ਹਾਲਾਂਕਿ ਉਹ ਬਹੁਤ ਸ਼ਕਤੀਸ਼ਾਲੀ ਸੀ ਤੇ ਲੋਕਾਂ ਨੂੰ ਰਾਜੀ ਕਰਦੀ ਸੀ। ਉਹਦੇ ਹੱਥਾਂ ਨਾਲ ਗੋਲੀਆਂ ਰੋਕਦੀ ਸੀ, ਪਰ ਉਹ ਦੁਖੀ ਸੀ। ਇੱਕ ਦਿਨ ਰੰਜਾ 2 ਨੌਜਵਾਨਾਂ ਨੂੰ ਮਿਲੀ, ਜਿਸ ਨੇ ਉਸਨੂੰ ਦੱਸਿਆ ਕਿ ਇੱਕ ਸਰਵਸ਼ਕਤੀਮਾਨ ਪਰਮੇਸ਼ਵਰ ਦੀ ਆਰਾਧਨਾ ਉਹ ਕਰਦੇ ਹਨ। ਇਸ ਤੋਂ ਉਤਸੁਕ ਹੋ ਕੇ ਰੰਗਾ ਅਗਲੇ ਹਫ਼ਤੇ ਉਹਨਾਂ ਨਾਲ ਚਰਚ ਚਲੀ ਗਈ, ਪਰ ਉਹ ਬਹੁਤ ਦੁਖੀ ਰਹੀ ਅਤੇ ਉਹ ਅਕਸਰ ਆਤਮਾਵਾਂ ਦੀ ਸਜ਼ਾ ਤੋਂ ਬਿਮਾਰ ਰਹਿੰਦੀ ਸੀ। ਬਸ ਜਦੋਂ ਉਹ ਹਾਰ ਮੰਨਣ ਵਾਲੀ ਹੀ ਸੀ, ਉਹ ਇੱਕ 7ਵੇਂ ਦਿਨ ਐਡਵੈਂਟਿਸਟ ਆਦਮੀ ਨੂੰ ਮਿਲੀ, ਜਿਸ ਨੇ ਉਸਨੂੰ ਯਿਸੂ ਬਾਰੇ ਦੱਸਿਆ ਅਤੇ ਉਸਨੂੰ ਬਾਈਬਲ ਦਿੱਤੀ। ਇਸ ਆਦਮੀ ਦੀ ਗੱਲਾਂ ਸੁਣਦੇ ਹੋਏ ਉਸਦੇ ਘਰ ਦੇ ਵਿੱਚ ਸ਼ਾਂਤੀ ਆਈ ਤੇ ਉਹ ਬਿਹਤਰ ਮਹਿਸੂਸ ਕਰਨ ਲੱਗੀ। ਆਤਮਾਵਾਂ ਇਸ ਤੋਂ ਖੁਸ਼ ਨਹੀਂ ਸਨ ਤੇ ਉਸਨੂੰ ਚੇਤਾਵਨੀ ਦਿੱਤੀ ਜੇ ਉਹ ਉਹਨਾਂ ਨੂੰ ਛੱਡ ਦਿੰਦੀ। ਰੰਜਾ ਨੇ ਫਿਰ ਵੀ ਯਿਸੂ ਨੂੰ ਚੁਣਨ ਦਾ ਫੈਸਲਾ ਕੀਤਾ ਅਤੇ ਆਤਮਾਵਾਂ ਨੇ ਵੀ ਆਪਣਾ ਵਾਅਦਾ ਪੂਰਾ ਕੀਤਾ। ਉਸਦਾ ਘਰ ਸੜ ਗਿਆ ਤੇ ਉਸਦੇ ਘਰ ਅੱਗ ਦੀ ਲਪਟਾਂ ਦੇ ਵਿੱਚ ਸਭ ਕੁਝ ਉਸਨੇ ਗਵਾ ਦਿੱਤਾ। ਆਤਮਾਵਾਂ ਨੇ ਉਸ ਦਿਨ ਤੇ ਰਾਤ ਉਸਨੂੰ ਸਤਾਇਆ ਅਜਿਹੀ ਸ਼ਕਤੀ ਦੇ ਨਾਲ ਕਿ ਉਸਨੂੰ ਡੈਨ ਹੋਣ ਦੇ ਨਾਤੇ ਇਹ ਸਭ ਭੁਗਤਣਾ ਪਵੇਗਾ। ਕੁਝ ਸਮੇਂ ਦੌਰਾਨ ਇਹ ਉਸਦੀ ਜ਼ਿੰਦਗੀ ਸਦਾ ਲਈ ਬਦਲਣ ਦੇਣ ਵਾਲਾ ਸੀ। ਰੰਜਾ ਨੇ ਇੱਕ ਐਡਵੈਂਟਿਸਟ ਵਰਲਡ ਰੇਡੀਓ ਪ੍ਰਸਾਰਣ ਦੀ ਖੋਜ ਕੀਤੀ, ਜਿਸ ਨੂੰ ਉਸਨੇ ਰੋਜ਼ਾਨਾ ਸੁਣਿਆ ਅਤੇ ਇਹ ਫੈਸਲਾ ਲਿਆ ਤੇ ਇਸ ਦੇ ਨਾਲ ਉਸਦਾ ਇਰਾਦਾ ਹੋਰ ਮਜ਼ਬੂਤ ਹੋ ਗਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਯਿਸੂ ਦੀ ਪੈਰਵੀ ਕਰੇਗੀ। ਆਤਮਾਵਾਂ ਉਸਦੇ ਵਿਰੁੱਧ ਲੜਨਾ ਜਾਰੀ ਰੱਖਿਆ ਤੇ ਜਦੋਂ ਉਸਨੂੰ ਪਤਾ ਚੱਲਿਆ ਕਿ ਜਿਸ ਨੇ ਐਡਵੈਂਟਿਸਟ ਵਰਲਡ ਰੇਡੀਓ ਸਟੇਸ਼ਨ ਬਾਰੇ, ਤਾਂ ਉਸਨੇ ਉਸਨੂੰ ਚਲਾਇਆ
ਤੇ ਜਿਵੇਂ ਹੀ ਉਸਨੇ ਉਸਨੂੰ ਚਲਾਇਆ, ਆਤਮਾ ਉਸਨੂੰ ਇਕੱਲਾ ਛੱਡ ਗਈਆਂ। ਬਹੁਤ ਪ੍ਰਾਰਥਨਾ ਦੁਆਰਾ, ਪੋਥੀ ਅਤੇ ਰੇਡੀਓ ਸਟੇਸ਼ਨ ਤੋਂ ਉਸਨੇ ਗਿਆਨ ਦੇ ਦੁਆਰਾ ਉਸਦੇ ਘਰੋਂ ਆਤਮਾਵਾਂ ਚਲੀ ਗਈਆਂ ਤੇ ਅੱਜ ਉਹ ਰੱਬ ਦੀ ਇੱਕ ਆਜ਼ਾਦ ਧੀ ਹੈ। ਰੰਜਾ ਸਾਰਿਆਂ ਨੂੰ ਕਹਿੰਦੀ ਹੈ ਕਿ ਅਸਲ ਜ਼ਿੰਦਗੀ ਸਿਰਫ ਯੀਸ਼ੂ ਦੁਆਰਾ ਹੀ ਆਉਂਦੀ ਹੈ। ਮੈਨੂੰ ਯਾਦ ਹੈ ਉਸ ਦੀ ਅੱਖਾਂ ਵਿੱਚ ਝਾਤ ਮਾਰਦਿਆਂ ਹੋਇਆ ਜਦੋਂ ਅਸੀਂ ਜੱਫੀ ਪਾਉਂਦੇ ਸਨ ਤਾਂ ਮੈਂ ਉੱਥੇ ਯੀਸ਼ੂ ਨੂੰ ਵੇਖਿਆ। ਹੁਣ ਉਹ ਰੱਬ ਦੀ ਸੱਚਾਈ ਦਾ ਪ੍ਰਚਾਰ ਕਰਦੀ ਹੈ ਸਾਰੇ ਪਿੰਡ ਦੇ ਵਿੱਚ। ਉਹ ਇੱਕ ਵਾਰ ਉਸਨੂੰ ਡੈਨ ਵਜੋਂ ਜਾਣੀ ਜਾਂਦੀ ਸੀ, ਪਰ ਹੁਣ ਉਹ ਅੱਜ ਇੱਕ ਯੀਸ਼ੂ ਦੀ ਪੈਰੋਕਾਰ ਵਜੋਂ ਜਾਣੀ ਜਾਂਦੀ ਹੈ। ਉਹ ਸਾਰੇ ਜਿਨ੍ਹਾਂ ਦੀ ਵਿਸ਼ਵਾਸ ਪੱਕਾ ਨਹੀਂ ਸੀ ਰੱਬ ਦੇ ਵਚਨ ਤੇ, ਉਹ ਧੋਖਾ ਖਾਂਦੇ ਹਨ ਅਤੇ ਸ਼ੈਤਾਨ ਉਹਨਾਂ ਦੀ ਭਰਮਾਉਣ ਵਾਲੀ ਆਤਮਾ ਦੁਆਰਾ ਉਹਨਾਂ ਨੂੰ ਕਾਬੂ ਕਰਦਾ ਹੈ। ਪ੍ਰਕਾਸ਼ ਦੀ ਪੋਥੀ ਅਸੀਂ 3:10 ਚੇਤਾਵਨੀ ਪੜ੍ਹਦੇ ਹਾਂ, ਜਿੱਥੇ ਲਿਖਿਆ ਹੈ, ਸਾਡੇ ਸਾਹਮਣੇ ਧਰਮ ਦਾ ਸਮਾਂ ਹੈ, ਸਾਡੇ ਸਾਹਮਣੇ ਪਰਖ ਦਾ ਸਮਾਂ ਹੈ ਜੋ ਸਾਰੇ ਸੰਸਾਰ ਉੱਤੇ ਆਵੇਗਾ, ਧਰਤੀ ਉੱਤੇ ਰਹਿਣ ਵਾਲਿਆਂ ਦੀ ਪਰਖ ਕਰਨ ਦੇ ਲਈ। ਪਰ ਸ਼ੈਤਾਨ ਸੱਚਮੁੱਚ, ਦੋਸਤੋ ਸੁਣੋ, ਸ਼ੈਤਾਨ ਕੇਵਲ ਉਹਨਾਂ ਉੱਤੇ ਜਿੱਤ ਪ੍ਰਾਪਤ ਕਰ ਸਕਦਾ ਹੈ ਜੋ ਆਪਣੀ ਮਰਜ਼ੀ ਨਾਲ ਉਸਦੇ ਪਰਤਾਵੇ ਵਿੱਚ ਪੈ ਜਾਂਦੇ ਹਨ। ਜਿਹੜੇ ਦਿਲੋਂ ਬਾਈਬਲ ਦੀ ਸੱਚਾਈ ਦੇ ਗਿਆਨ ਦੀ ਭਾਲ ਕਰ ਰਹੇ ਹਨ, ਜਿਵੇਂ ਤੁਸੀਂ ਅੱਜ ਰਾਤ ਕਰ ਰਹੇ ਹੋ, ਆਗਿਆਕਾਰੀਤਾ ਦੇ ਦੁਆਰਾ ਤੁਹਾਡੀ ਰੂਹ ਨੂੰ ਸ਼ੁੱਧ ਕਰਨ ਲਈ ਯਤਨਸ਼ੀਲ, ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਪੱਕਾ ਬਚਾਵ ਮਿਲੇਗਾ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਦੂਤ ਬੱਚਿਆਂ ਨੂੰ ਰੱਬ ਦੇ ਰਹਿਮ ਦੇ ਲਈ ਭੇਜਿਆ ਗਿਆ ਹੈ, ਜਿਵੇਂ ਕਿ ਉਹ ਅੱਜ ਹਨ। ਪਰਮੇਸ਼ਵਰ ਨੇ ਅਬਰਾਹਮ ਨੂੰ ਅਸੀਸਾਂ ਦੇ ਵਾਅਦੇ ਨਾਲ ਦੂਤ ਭੇਜੇ। ਸਦੋਮ ਦੇ ਦਰਵਾਜ਼ੇ ਨੂੰ, ਧਰਤੀ ਲੂਤ ਨੂੰ ਬਚਾਉਣ ਦੇ ਲਈ ਉਸ ਨੇ ਵੀ ਦੂਤ ਭੇਜੇ ਗਏ। ਦੂਤ ਏਲੀਆ ਕੋਲੋਂ ਭੇਜੇ ਗਏ ਸਨ, ਜਿਵੇਂ ਕਿ ਉਹ ਥਕਾਵਟ ਤੋਂ ਖਤਮ ਹੀ ਹੋਣ ਵਾਲਾ ਸੀ ਮਾਰੂਥਲ ਦੇ ਵਿੱਚ ਭੁੱਖ ਦੇ ਕਾਰਨ। ਅਲੀਸ਼ਾ ਨੂੰ ਰੱਥ ਅਤੇ ਅੱਗ ਦੇ ਘੋੜਿਆਂ ਦੇ ਨਾਲ ਛੋਟੇ ਸ਼ਹਿਰ ਦੇ ਦੁਆਲੇ, ਜਿੱਥੇ ਉਸ ਨੂੰ ਦੁਸ਼ਮਣਾਂ ਨੇ ਬੰਦ ਕਰ ਦਿੱਤਾ ਸੀ। ਦੂਤ ਬ੍ਰਹਮ ਗਿਆਨ ਦੀ ਮੰਗ ਕਰਦੇ ਹੋਏ ਦਾਨੀਅਲ ਕੋਲ ਭੇਜੇ ਗਏ ਸਨ। ਕੌਮਾਂ ਦੇ ਰਾਜੇ ਦੇ ਦਰਬਾਰ ਦੇ ਵਿੱਚ ਜਾਂ ਛੱਡ ਦਿੱਤੇ ਗਏ ਸ਼ੇਰ ਦੇ ਸ਼ਿਕਾਰ ਬਣਨ ਦੇ ਲਈ ਵੀ। ਪਤਰਸ ਨੂੰ ਜੋ ਹੈਰੋਦੇਸ ਦੇ ਹਨੇਰੇ ਵਿੱਚ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ, ਫਿਲਿੱਪੀ ਦੇ ਕੈਦੀਆਂ ਨੂੰ, ਪੌਲਸ ਅਤੇ ਉਸਦੇ ਸਾਥੀਆਂ ਨੂੰ ਰਾਤ ਨੂੰ ਸਮੁੰਦਰ ਤੇ ਖੁਸ਼ਖਬਰੀ ਨੂੰ ਪ੍ਰਾਪਤ ਕਰਨ ਲਈ, ਕੋਰਨੇਲੀਅਸ ਦੇ ਮਨ ਨੂੰ ਖੋਲਣ ਦੇ ਲਈ, ਮੁਕਤੀ ਦਾ ਸੁਨੇਹਾ ਦੇ ਨਾਲ ਪਤਰਸ ਨੂੰ ਭੇਜਣ ਦੇ ਲਈ, ਗੈਰ ਯਹੂਦੀ ਅਜਨਬੀ ਨੂੰ। ਇਸ ਤਰ੍ਹਾਂ ਪਵਿੱਤਰ ਦੂਤ ਸਾਰੇ ਯੁੱਗ ਦੇ ਵਿੱਚ ਹਨ, ਪਰਮੇਸ਼ਵਰ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ। ਯੀਸ਼ੂ ਜਲਦੀ ਹੀ ਹਰ ਦੂਤ ਨੂੰ ਸਵਰਗ ਤੋਂ ਬਾਹਰ ਭੇਜ ਦੇਵੇਗਾ ਆਪਣੇ ਲੋਕਾਂ ਦੀ ਰੱਖਿਆ ਕਰਨ ਦੇ ਲਈ। ਇੱਕ ਰੂਹ ਨੂੰ ਛੱਡਣ ਨਾਲ, ਜਿਸ ਵਿੱਚ ਉਹ ਭਰੋਸਾ ਰੱਖਦਾ ਹੈ, ਸ਼ੈਤਾਨ ਦੁਆਰਾ ਕਾਬੂ ਕੀਤਾ ਜਾਣ ਕਰਨ ਦੇ ਲਈ। ਕੀ ਤੁਸੀਂ ਅੱਜ ਰਾਤ ਯੀਸ਼ੂ ਨੂੰ ਮੰਨਣ ਦਾ ਫੈਸਲਾ ਕਰ ਲਿਆ ਹੈ? ਅਜਿਹਾ ਪਲ ਕਦੇ ਨਹੀਂ ਆਇਆ ਕਿ ਤੁਸੀਂ ਭੁੱਲ ਗਏ ਹੋਗੇ। ਯੀਸ਼ੂ ਤੁਹਾਨੂੰ ਕਦੀ ਨਹੀਂ ਭੁੱਲਦਾ। ਯੀਸ਼ੂ ਤੁਹਾਡੇ ਲਈ ਲੜਨ ਲਈ ਇੱਕ ਸੈਨਾ ਭੇਜੇਗਾ। ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਹੋ ਜਾਂ ਤੁਸੀਂ ਕੀ ਕੀਤਾ ਹੈ, ਉਹ ਤੁਹਾਨੂੰ ਬਚਾਵੇਗਾ। ਉਹ ਗੁਲਾਮ ਲੋਕਾਂ ਨੂੰ ਬਚਾਉਂਦਾ ਹੈ ਅਤੇ ਉਹ ਬੁਰਾਈਆਂ ਨੂੰ ਦੂਰ ਕਰਦਾ ਹੈ। ਉਹ ਕਮਜ਼ੋਰਾਂ ਦਾ ਬਚਾਅ ਕਰਦਾ ਹੈ ਅਤੇ ਕਮਜ਼ੋਰ ਲੋਕਾਂ ਦੀ ਰੱਖਿਆ ਕਰਦਾ ਹੈ। ਉਹ ਉਹਨਾਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਉਹਨਾਂ ਦੇ ਲਈ ਉਹ ਕਾਇਮ ਹੈ। ਉਹ ਪਹਿਰਾ ਦਿੰਦਾ ਹੈ ਤੇ ਉਹ ਉਹਨਾਂ ਦਾ ਮਾਰਗਦਰਸ਼ਨ ਕਰਦਾ ਹੈ। ਤੁਸੀਂ ਬਚਾਅ ਰਹਿਤ ਨਹੀਂ ਹੋ, ਤੁਹਾਡੇ ਲਈ ਉਪਲਬਧ ਹਨ। ਉਹ ਹਮੇਸ਼ਾ ਉਸਨੂੰ ਪੁੱਛੋ। ਆਓ ਅਸੀਂ ਇਕੱਠੇ ਪ੍ਰਾਰਥਨਾ ਕਰੀਏ। ਸਵਰਗੀ ਪਿਤਾ, ਤੁਸੀਂ ਚਾਨਣ ਅਤੇ ਸਾਡੀ ਮੁਕਤੀ ਹੋ। ਤੁਹਾਡੇ ਤਰੀਕੇ ਹਮੇਸ਼ਾ ਸਰਬੋਤਮ ਹੁੰਦੇ ਹਨ। ਪੋਥੀ ਵਿੱਚ ਇਸ ਨੂੰ ਸਾਦਾ ਬਣਾਉਣ ਦੇ ਲਈ ਤੁਹਾਡਾ ਧੰਨਵਾਦ। ਅਸੀਂ ਜਦੋਂ ਮਰਦੇ ਹਾਂ ਤਾਂ ਅਸੀਂ ਸੌਂਦੇ ਹਾਂ। ਪ੍ਰਭੂ, ਸਾਡੇ ਵਿੱਚੋਂ ਹਰ ਇੱਕ ਨੂੰ ਹਰ ਖਤਰੇ ਤੋਂ ਬਚਾਓ, ਖਾਸ ਕਰ ਨਕਲੀ ਅਤੇ ਝੂਠੀਆਂ ਸਿੱਖਿਆਵਾਂ ਤੋਂ। ਤੁਹਾਡੇ ਕਾਰਨ ਸਾਨੂੰ ਕਦੇ ਵੀ ਡਰਨ ਦੀ ਜ਼ਰੂਰਤ ਨਹੀਂ ਹੈ। ਆਓ ਆਪਾਂ ਸਾਰੇ ਜਣੇ ਤੁਹਾਡੇ ਉੱਤੇ ਭਰੋਸਾ ਰੱਖਦੇ ਹਾਂ। ਯੀਸ਼ੂ ਦੇ ਅਨਮੋਲ ਸ਼ਕਤੀ ਨਾਮ ਦੇ ਵਿੱਚ ਇਸ ਦੁਆ ਨੂੰ ਮੰਗਦੇ ਹਾਂ, ਆਮੀਨ। ਦੋਸਤੋ, ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਇਸ ਨਿਆਂ ਅੱਜ ਰਾਤ ਤੁਹਾਡੇ ਲਈ ਸਪਸ਼ਟ ਹੁੰਦਾ ਹੈ, ਤੁਸੀਂ ਹੇਠ ਦਿੱਤੇ ਲਿੰਕ ਤੇ ਜਾਓ ਤੇ ਕੁਝ ਸਮਾਂ ਲਓ ਤੇ ਸਾਨੂੰ ਦੱਸੋ। ਬਾਈਬਲ ਦੀ ਇਹ ਸੱਚਾਈ ਵੱਖਰੀ ਹੋ ਸਕਦੀ ਹੈ ਤੁਹਾਡੇ ਲਈ, ਜੋ ਤੁਸੀਂ ਹਮੇਸ਼ਾ ਤੋਂ ਵਿਸ਼ਵਾਸ ਕੀਤਾ ਹੋਵੇਗਾ ਜਾਂ ਜੋ ਤੁਹਾਡੀ ਚਰਚ ਤੁਹਾਨੂੰ ਸਿਖਾਉਂਦੀ ਹੋਵੇਗੀ, ਜਿਸ ਵੀ ਕਲੀਸਿਆ ਤੁਸੀਂ ਜਾਂਦੇ ਹੋ। ਜੇਕਰ ਤੁਹਾਡੇ ਕੋਲ ਕੋਈ ਪ੍ਰਸ਼ਨ ਹੈ, ਅਸੀਂ ਉਸ ਦਾ ਜਵਾਬ ਦਵਾਂਗੇ। ਤੇ ਹੋਰ ਬਾਈਬਲ ਜੇ ਤੁਸੀਂ ਅਧਿਐਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਾਈਬਲ ਨਿਰਦੇਸ਼ਕ ਹਨ ਜੋ ਤੁਹਾਡੀ ਸਹਾਇਤਾ ਲਈ ਹਮੇਸ਼ਾ ਖੜੇ ਹਨ। ਬਸ ਹੇਠ ਦਿੱਤੇ ਲਿੰਕ ਤੇ ਤੁਸੀਂ ਕਲਿੱਕ ਕਰੋ ਅਤੇ ਹੋ ਸਕਦਾ ਹੈ ਕਿ ਜਿਵੇਂ ਨਿਕ ਜਾਂ ਰੰਜ ਵਰਗੇ ਅਧਿਆਤਮਵਾਦ ਨਾਲ ਲੋਕ ਜਿਹੜੇ ਜਕੜੇ ਸਨ ਉਹ ਬਦਲੇ ਗਏ, ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਲਈ ਵੀ ਪ੍ਰਾਰਥਨਾ ਕਰੀਏ ਜਿਵੇਂ ਅਸੀਂ ਉਹਨਾਂ ਲਈ ਕੀਤੀ ਸੀ। ਕਿਰਪਾ ਕਰਕੇ ਆਪਣੀ ਪ੍ਰਾਰਥਨਾ ਦੀ ਬੇਨਤੀ ਸਾਡੇ ਨਾਲ ਸਾਂਝੀ ਕਰੋ ਤੇ ਲਿੰਕ ਤੇ ਕਲਿੱਕ ਕਰੋ। ਰੱਬ ਤੁਹਾਡਾ ਭਲਾ ਕਰੇ। ਅਨਲੌਕਿੰਗ ਬਾਈਬਲ ਦੀ ਭਵਿੱਖਬਾਣੀ ਨੂੰ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਰਾਤ ਦੇ ਵਿਸ਼ੇ ਬਚਾਓ ਲਈ ਮੈਨੂੰ ਦੁਬਾਰਾ ਮਿਲੋ। ਇੱਥੇ ਕੋਈ ਰਾਜ ਨਹੀਂ ਕਿ ਯੀਸ਼ੂ ਤੁਹਾਨੂੰ ਕਿਵੇਂ ਬਚਾਉਣ ਦੀ ਯੋਜਨਾ ਬਣਾ ਰਿਹਾ ਹੈ। ਰੱਬ ਦਾ ਰਾਹ ਚੁਣੋ। ਗੁੱਡ ਨਾਈਟ ਦੋਸਤੋ, ਚੰਗੀ ਰਾਤ ਦੋਸਤੋ।